A teenager went for a driving test. ਇੱਕ ਯੁਵਾ ਜਿਹੜਾ ਹੈਗਾ ਡਰਾਈਵਿੰਗ ਟੈਸਟ ਵਾਸਤੇ ਗਿਆ, He did a perfect test. ਬਿਲਕੁਲ ਸਹੀ ਕੰਮ ਕੀਤਾ ਉਹਨੇ। In the end of the test, that examiner said this. ਅੰਤ ਦੇ ਅੰਦਰ ਜਿਹੜਾ ਹੈਗਾ ਪਰੀਖਸ਼ਕ ਨੇ ਇਸ ਤਰ੍ਹਾਂ ਕਿਹਾ He made only one mistake. ਕਿ ਸਿਰਫ ਇੱਕ ਗਲਤੀ ਕੀਤੀ ਹੈ When he stopped and let me out of the car, ਕਿ ਜਦੋਂ ਮੈਨੂੰ ਜਿਹੜਾ ਹੈਗਾ ਰੁਕ ਕੇ ਬਾਹਰ ਗੱਡੀ ਤੋਂ ਬਾਹਰ ਨਿਕਲਣ ਦਿੱਤਾ, he breathed a sigh of relief. ਉਹਨੂੰ ਜਿਹੜਾ ਹੈਗਾ ਸ਼ਾਂਤੀ ਮਿਲੀ ਉਹਦੇ ਨਾਲ। And the boy said, ਔਰ ਲੜਕੇ ਨੇ ਕਿਹਾ, I am sure glad I don't have to drive like that all the time. ਕਹਿੰਦਾ ਕਿ ਮੈਨੂੰ ਖੁਸ਼ੀ ਹੈਗੀ ਹੈ ਕਿ ਮੈਨੂੰ ਸਾਰਾ ਸਮੇਂ ਜਿਹੜਾ ਹੈਗਾ ਐਸੇ ਤਰ੍ਹਾਂ ਜਿਹੜੇ ਹੈਗੇ ਗੱਡੀ ਨਹੀਂ ਚਲਾਉਣੀ ਦੀ ਲੋੜ। This boy is an example of today's Christians. ਇਹ ਉਦਾਹਰਣ ਹੈਗਾ ਲੜਕੇ ਦਾ ਕਿ ਅੱਜ ਦੇ ਮਸੀਹ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰਦੇ। They put on a good front when someone is watching. ਜਦੋਂ ਕੋਈ ਦੇਖ ਰਿਹਾ ਹੈਗਾ ਤੇ ਉਸ ਵੇਲੇ ਜਿਹੜਾ ਹੈ ਬੜਾ ਅੱਛਾ ਜੀਵਨ ਬਿਤਾਉਂਦੇ। Other times they let down their standards. ਦੂਜੇ ਸਮੇਂ ਜਿਹੜਾ ਹੈਗਾ ਆਪਣੇ ਸਤਰ ਨੂੰ ਥੱਲਾ ਕਰ ਲੈਂਦੇ। There's really not much difference between Christians and the rest of the world. ਮਸੀਹੀ ਔਰ ਬਾਕੀ ਲੋਕਾਂ ਦੇ ਵਿੱਚ ਜਿਹੜਾ ਕੋਈ ਅੰਤਰ ਨਹੀਂ ਰਹਿ ਗਿਆ। The divorce rate among Christians is almost the same as the rest of the society. ਡਿਵੋਰਸ ਜਿਹੜਾ ਹੈਗਾ ਮਸੀਹੀ ਲੋਕਾਂ ਦੇ ਅੰਦਰ ਵੀ ਓਨਾ ਹੀ ਹੈਗਾ ਜਿੰਨਾ ਬਾਹਰ ਲੋਕਾਂ 'ਚ ਹੈਗਾ। The third, near, I think maybe I'll put it this way. In fact, the third highest divorce rate occupationally ਸਭ ਤੋਂ ਤੀਜੇ ਨੰਬਰ ਦੇ ਉੱਤੇ ਜਿਹੜਾ ਹੈਗਾ ਜਿਹਦੇ ਅੰਦਰ ਸਭ ਤੋਂ ਜ਼ਿਆਦਾ ਡਿਵੋਰਸ ਹੁੰਦੇ ਹੈਗੇ after doctors and police are pastors. ਔਰ ਡਾਕਟਰ ਔਰ ਪੁਲਿਸ ਦੇ ਅੰਦਰ ਜ਼ਿਆਦਾ ਹੁੰਦੇ ਹੈਗੇ ਔਰ ਫਿਰ ਉਹਦੇ ਬਾਅਦ ਪਾਦਰੀਆਂ ਦੇ ਅੰਦਰ। Christians watch the same TV shows and same number of hours every week as others. ਕਿ ਮਸੀਹ ਲੋਕ ਵੀ ਜਿਹੜਾ ਹੈਗਾ ਉਹੀ ਜਿਹੜਾ ਹੈਗਾ ਟੀਵੀ ਦੇ ਸ਼ੋਅ ਦੇਖਦੇ ਹੈਗੇ ਔਰ ਉਨਾ ਹੀ ਘੰਟੇ ਜਿਹੜਾ ਹੈਗਾ ਦੇਖਦੇ ਹੈਗੇ ਜਿਸ ਤਰ੍ਹਾਂ ਬਾਕੀ ਲੋਕ ਦੇਖਦੇ। It seems the faith, the Christianity, the faith of the Word of God does not have an effect on our individual lives. ਇਸ ਤਰ੍ਹਾਂ ਲੱਗਦਾ ਹੈਗਾ ਕਿ ਮਸੀਹਤ ਦੇ ਅੰਦਰ ਜਿਹੜਾ ਹੈਗਾ ਪਰਮੇਸ਼ਵਰ ਦਾ ਵਚਨ ਜਿਹੜਾ ਹੈਗਾ ਸਾਡੇ ਜੀਵਨ ਦੇ ਅੰਦਰ ਉਤਰਦਾ ਨਹੀਂ ਹੈਗਾ। People have lost the ability to distinguish between holy and unholy. ਲੋਕਾਂ ਨੂੰ ਜਿਹੜਾ ਹੈਗਾ ਪਤਾ ਨਹੀਂ ਚੱਲਦਾ ਪਿਆ ਕਿ ਪਵਿੱਤਰ ਔਰ ਅਪਵਿੱਤਰ ਦੇ ਅੰਦਰ ਕੀ ਫਰਕ ਹੈ। Between what is right and what is wrong. ਕਿ ਕੀ ਚੀਜ਼ ਸਹੀ ਹੈ ਔਰ ਕੀ ਗਲਤ ਹੈ। There's an old story said about some boys who broke into a departmental store. ਇੱਕ ਪੁਰਾਣੀ ਕਹਾਣੀ ਹੈਗੀ ਹੈ ਕੁਝ ਲੜਕੇ ਜਿਹੜਾ ਹੈਗਾ ਇੱਕ ਸਟੋਰ ਦੇ ਅੰਦਰ ਜਿਹੜਾ ਹੈਗਾ ਤੋੜ ਕੇ ਆ ਗਏ ਅੰਦਰ। They did not steal anything. ਕੋਈ ਵੀ ਚੋਰੀ ਨਹੀਂ ਕੀਤੀ। But they changed all the price tags. ਲੇਕਿਨ ਜਿਹੜੀ ਕਿ ਜਿੰਨੇ ਵੀ ਪ੍ਰਾਈਸ ਹੈਗੀਆਂ ਸੀ ਟੈਗਸ ਉਹ ਸਾਰੇ ਬਦਲਤੇ। The next morning fur coats were selling for $1.50. ਅਗਲੇ ਦਿਨ ਜਿਹੜਾ ਹੈਗਾ ਫਰ ਕੋਟ ਜਿਹੜਾ ਹੈ $1.50 ਦਾ ਵਿਕਦਾ ਪਿਆ ਸੀ। Costume jewelry we used to cost nothing was sold for quoted at thousands of dollars. ਔਰ ਜੋ ਕਾਸਟਮ ਜੁਐਲਰੀ ਜਿਹੜੀ ਹੈਗੀ ਹੈ ਜਿਹਦਾ ਕੋਈ ਮੁੱਲ ਜ਼ਿਆਦਾ ਨਹੀਂ ਹੈਗਾ ਉਹ $1000 ਦੀ ਵਿਕਦੀ ਪਈ ਸੀ। The value of everything was reversed. ਹਰ ਚੀਜ਼ ਦਾ ਮੁੱਲ ਜਿਹੜਾ ਹੈਗਾ ਬਦਲ ਗਿਆ ਸੀ। We live in an age where the devil has reversed the moral standards of our world today. ਅਸੀਂ ਉਸ ਦੁਨੀਆ ਦੇ ਅੰਦਰ ਜਿੰਦੇ ਪਏ ਹੈਗੇ ਆ ਇਸ ਵੇਲੇ ਕਿ ਜਿੱਥੇ ਜੋ ਨੈਤਿਕ ਸਤਰ ਹੈਗਾ ਸ਼ੈਤਾਨ ਨੇ ਬਿਲਕੁਲ ਬਦਲ ਦਿੱਤਾ ਹੈਗਾ। Who are Christians? ਮਸੀਹ ਕੌਣ ਹੈ? This is a question we have to think about ourselves. ਇਹ ਸਾਨੂੰ ਸਵਾਲ ਜਿਹੜਾ ਆਪਣੇ ਬਾਰੇ 'ਚ ਸੋਚਣਾ ਹੈ। How are we described in the scripture? ਅਸੀਂ ਜਿਹੜਾ ਹੈਗਾ ਵਚਨ ਦੇ ਅੰਦਰ ਕਿਸ ਤਰ੍ਹਾਂ ਸਾਡਾ ਵਰਣਨ ਕੀਤਾ ਗਿਆ। How do we appear in the eyes of the world around us? ਸਾਡੇ ਜਿਹੜਾ ਦੁਨੀਆ ਹੈਗਾ ਅੱਗੇ ਦਾ ਆਲੇ ਦੁਆਲੇ ਉਹ ਸਾਨੂੰ ਕਿਸ ਨਜ਼ਰ ਨਾਲ ਦੇਖਦੀ ਹੈ। The Bible says we are God's holy people. ਬਾਈਬਲ ਦੇ ਅੰਦਰ ਲਿਖਿਆ ਹੈਗਾ ਕਿ ਅਸੀਂ ਪਵਿੱਤਰ ਲੋਕ ਹੈਗੇ ਆ ਪਰਮੇਸ਼ਵਰ ਦੇ। Billy Graham said in one of his books, ਬਿਲੀ ਗ੍ਰਾਮ ਨੇ ਆਪਣੀ ਕਿਤਾਬ 'ਚ ਲਿਖਿਆ ਇੱਕ, as I read the Bible, ਜਿਸ ਤਰ੍ਹਾਂ ਮੈਂ ਬਾਈਬਲ ਪੜ੍ਹਨਾ I seem to find holiness is God's most supreme attribute. ਕਿ ਮੈਂ ਦੇਖਣਾ ਹੈ ਕਿ ਪਰਮੇਸ਼ਵਰ ਦਾ ਜਿਹੜਾ ਉਹ ਹੈਗਾ ਨੇਚਰ ਹੈਗਾ ਉਹਦੇ ਅੰਦਰ ਜਿਹੜਾ ਹੈਗਾ ਪਵਿੱਤਰਤਾ ਹੀ ਜਿਹੜੀ ਹੈਗੀ ਸਭ ਤੋਂ ਉੱਪਰ ਸਤਰ ਹੈਗਾ ਉਹਦਾ। A man wrote a systematic theology. ਇੱਕ ਇਨਸਾਨ ਨੇ ਜਿਹੜਾ ਹੈਗਾ ਕੋਈ ਥਿਓਲੋਜੀ ਲਿਖੀ। He said it does not seem proper to raise one attribute over other about God. ਕਿ ਇਹ ਠੀਕ ਨਹੀਂ ਲੱਗਦਾ ਕਿ ਪਰਮੇਸ਼ਵਰ ਦਾ ਜਿਹੜਾ ਹੈਗਾ ਇੱਕ ਸੁਭਾਵ ਜਿਹੜਾ ਹੈਗਾ ਦੂਜੇ ਤੋਂ ਉੱਪਰ ਹੋਣਾ ਚਾਹੀਦਾ। But if it was permissible, ਲੇਕਿਨ ਜੇ ਇਹਦੀ ਇਜਾਜ਼ਤ ਹੋਵੇ holiness would be that. ਪਵਿੱਤਰਤਾ ਹੀ ਸਭ ਤੋਂ ਉੱਪਰ ਸੁਭਾਵ ਹੋਏਗਾ। You know, today if you ask all the Christians, ਜੇ ਅੱਜ ਕੱਲ ਸਾਰੇ ਮਸੀਹਾਂ ਨੂੰ ਪੁੱਛੋ what do you think God's qualities are? ਕਿ ਪਰਮੇਸ਼ਵਰ ਦੀ ਕੀ ਕੁਆਲਿਟੀਜ਼ ਹੈਗੀਆਂ। Somebody did a survey.
ਕਿਸੇ ਨੇ ਸਰਵੇ ਕੀਤਾ, They put love first, ਉਹਨਾਂ ਨੇ ਪਿਆਰ ਸਭ ਤੋਂ ਪਹਿਲਾਂ ਕਿਹਾ, wisdom next, ਸਮਝ ਬੂਝ, power third, ਸ਼ਕਤੀ, mercy, ਰਹਿਮ, omnipresence of God, ਕਿ ਪਰਮੇਸ਼ਵਰ ਹਰ ਜਗ੍ਹਾ ਮੌਜੂਦ ਨੇ, truth. ਸੱਚਾਈ, They put holiness last. ਪਵਿੱਤਰਤਾ ਹੀ ਜਿਹੜੀ ਆ ਉਹਨਾਂ ਨੇ ਆਖਰੀ 'ਚ ਲਿਖੀ। The Bible doesn't refer to God as loving God. ਬਾਈਬਲ ਦੇ ਅੰਦਰ ਜਿਹੜਾ ਹੈਗਾ ਪਰਮੇਸ਼ਵਰ ਨੂੰ ਇਸ ਤਰ੍ਹਾਂ ਨਹੀਂ ਵਿਆਖਿਆ ਕੀਤੀ ਗਈ ਕਿ ਉਹ ਪ੍ਰੇਮ ਹੈਗੇ ਨੇ। It says God is love. ਸਿਰਫ ਇਹ ਲਿਖਿਆ ਕਿ ਪਰਮੇਸ਼ਵਰ ਪ੍ਰੇਮ ਹੈ। Nor does it say wise. ਨਾ ਹੀ ਇਹ ਕਿਹਾ ਹੈ ਕਿ ਉਹ ਸਮਝਦਾਰ ਨੇ। But God, the angels are crying, holy, Lord God Almighty. ਲੇਕਿਨ ਸਵਰਗਦੂਤ ਜਿਹੜਾ ਹੈਗਾ ਗਾਉਂਦੇ ਪਏ ਹੈਗੇ ਨੇ, ਪਵਿੱਤਰ ਸਰਵ ਸ਼ਕਤੀਮਾਨ ਪ੍ਰਭੂ। You know, one man wrote like this, which I like the best description about God's holiness. ਇੱਕ ਇਨਸਾਨ ਨੇ ਜਿਹੜਾ ਹੈਗਾ ਪਰਮੇਸ਼ਵਰ ਦੀ ਜਿਹੜੀ ਕਿ ਪਰਿਭਾਸ਼ਾ ਲਿਖੀ ਸੀ, ਜੋ ਮੈਨੂੰ ਬੜੀ ਅੱਛੀ ਲੱਗਦੀ ਹੈ। Just as all the colors of the spectrum come together to form pure, brilliant white light, ਜਿਸ ਤਰ੍ਹਾਂ ਸਾਰੇ ਰੰਗਾਂ ਨੂੰ ਇਕੱਠਾ ਮਿਲਾਤਾ ਜਾਵੇ ਤੇ ਉਹ ਸਫੇਦ ਬਣ ਜਾਂਦੇ ਨੇ, so all the attributes come together to form the holiness of God. ਉਸੇ ਤਰ੍ਹਾਂ ਪਰਮੇਸ਼ਵਰ ਦੇ ਸਾਰੇ ਸੁਭਾਵਾਂ ਨੂੰ ਜਿਹੜਾ ਇਕੱਠਾ ਜੇ ਮਿਲ ਕਰਦੇ ਹੋ ਤੁਸੀਂ ਤੇ ਪਵਿੱਤਰਤਾ ਹੀ ਬਣਦੀ ਹੈ। When we receive Christ, we are endorsing God's statement that we are God's holy people. ਜਦੋਂ ਅਸੀਂ ਪਰਮੇਸ਼ਵਰ ਨੂੰ, ਪ੍ਰਭੂ ਯਿਸੂ ਨੂੰ ਗ੍ਰਹਿਣ ਕਰਨੇ ਹੈਗੇ ਆ ਤੇ ਅਸੀਂ ਇਹ ਐਲਾਨ ਕਰਨੇ ਹੈਗੇ ਆ ਕਿ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਪਵਿੱਤਰ ਮੰਨਦੇ ਆ। Today's text comes from 1 Peter 13 to 16. ਅੱਜ ਜਿਹੜਾ ਹੈਗਾ ਅਸੀਂ ਦੇਖਾਂਗੇ ਪਹਿਲਾ ਪਤਰਸ 1:13 ਤੋਂ 16 ਚ। Writing to many of the newly converted Christians from different backgrounds and different religions. ਲਿਖਦੇ ਹੋਏ ਕਿ ਜਿੰਨੇ ਅਲੱਗ-ਅਲੱਗ ਦੇਸ਼ਾਂ ਦੇ ਜਿਹੜੇ ਮਸੀਹ ਲੋਕ ਸੀ ਉਹਨਾਂ ਨੂੰ ਲਿਖਦੇ ਹੋਏ। Peter stresses on holiness. ਪਤਰਸ ਜਿਹੜਾ ਹੈਗਾ ਕਹਿੰਦਾ ਪਵਿੱਤਰਤਾ ਦੇ ਬਾਰੇ ਚ। He calls for holiness. ਉਹ ਬੁਲਾਉਂਦਾ ਹੈਗਾ ਕਿ ਤੁਸੀਂ ਪਵਿੱਤਰ ਠਹਿਰੋ। The title today, a call for holiness. ਅੱਜ ਦਾ ਸ਼ੀਰਸ਼ਕ ਹੈਗਾ ਬੁਲਾਵਟ ਜਿਹੜੀ ਹੈਗੀ ਹੈ ਪਵਿੱਤਰਤਾ ਦੀ। I want to talk on 3 points. ਮੈਂ ਜਿਹੜਾ ਹੈਗਾ 3 ਗੱਲਾਂ ਕਰਨਾ ਚਾਹਨਾ। To be holy people, ਕਿ ਪਵਿੱਤਰ ਇਨਸਾਨ ਬਣੋ, we must be focused on the coming of Christ. ਸਾਡਾ ਜਿਹੜਾ ਧਿਆਨ ਇਹਦੇ ਵਾਸਤੇ ਹੋਣਾ ਚਾਹੀਦਾ ਹੈ ਕਿ ਪ੍ਰਭੂ ਯਿਸੂ ਵਾਪਸ ਆਉਣ ਲੱਗੇ ਹੈ। Obedience should be the main thing in our life. ਆਗਿਆਕਾਰੀਤਾ ਜਿਹੜੀ ਹੈਗੀ ਸਾਡੇ ਜੀਵਨ ਦੇ ਅੰਦਰ ਸਭ ਤੋਂ ਪਹਿਲੀ ਚੀਜ਼ ਹੋਣੀ ਚਾਹੀਦੀ ਹੈ। And we should grow in the knowledge of God's holiness. ਔਰ ਸਾਨੂੰ ਜਿਹੜਾ ਹੈਗਾ ਪਰਮੇਸ਼ਵਰ ਦੀ ਪਵਿੱਤਰਤਾ ਦਾ ਸਮਝ ਬੂਝ ਗਿਆਨ ਜਿਹੜਾ ਹੈਗਾ ਹੋਰ ਵਧਣਾ ਚਾਹੀਦਾ। We should define God's holiness, don't you think, at this stage? ਇਸ ਵੇਲੇ ਜਿਹੜਾ ਹੈਗਾ ਪਰਮੇਸ਼ਵਰ ਦੀ ਪਵਿੱਤਰਤਾ ਹੀ ਸਾਨੂੰ ਸਮਝਣਾ ਹੈ ਕਿ ਕੀ ਹੈਗੀ ਹੈ। It is just not one attribute of God. ਇਹ ਕੋਈ ਇੱਕੋ ਸੁਭਾਵ ਨਹੀਂ ਹੈਗਾ ਪਰਮੇਸ਼ਵਰ ਦਾ। It is the complete consummation or the peak of all the attributes of God shows up in holiness. ਪਰਮੇਸ਼ਵਰ ਦੇ ਜਿੰਨੇ ਵੀ ਸੁਭਾਵ ਹੈਗੇ ਉਹ ਸਾਰੇ ਜਿਹੜੇ ਹੈਗੇ ਦਰਸਾਏ ਜਾਂਦੇ ਹੈਗੇ ਨੇ ਪਵਿੱਤਰਤਾ ਦੇ ਅੰਦਰ। When you, sorry, I'm so used to this. Sorry about that. If you know about the sun, ਜੇ ਤੁਸੀਂ ਬੇਟੇ ਨੂੰ ਜਾਣਦੇ ਹੋ, no, sun. ਜੇ ਤੁਸੀਂ ਸੂਰਜ ਨੂੰ ਜਾਣਦੇ ਹੋ, ਦੇਖਦੇ ਹੋ, you know it is very bright. ਤੁਹਾਨੂੰ ਪਤਾ ਹੈ ਕਿ ਬੜਾ ਉਜਵਲ ਹੈ। You can't see it with the naked eye. ਤੁਸੀਂ ਜਿਹੜਾ ਹੈਗਾ ਅੱਖ ਨਾਲ ਸਿੱਧਾ ਨਹੀਂ ਦੇਖ ਸਕਦੇ। But do you know this? ਕਿ ਤੁਹਾਨੂੰ ਪਤਾ ਹੈਗਾ There is an outer layer to the sun called the corona. ਜਿਹੜਾ ਸੂਰਜ ਹੈਗਾ ਉਹਦੇ ਬਾਹਰ ਇੱਕ ਲੇਅਰ ਹੈਗੀ ਹੈ, ਕਰੋਨਾ ਨਾਂ ਉਹਦਾ। It extends to millions of kilometers from the sun itself. ਉਹ ਜਿਹੜਾ ਹੈਗਾ ਸੂਰਜ ਤੋਂ ਜਿਹੜਾ ਹੈਗਾ ਮਿਲੀਅਨ ਕਿਲੋਮੀਟਰ ਤੋਂ ਦੂਰ ਹੈਗੀ ਹੈ ਉਤੋਂ। This is the plasma that radiates from the chemical reaction inside the sun. ਕਿ ਸੂਰਜ ਦੇ ਅੰਦਰ ਜਿਹੜਾ ਜੋ ਰਿਐਕਸ਼ਨ ਹੁੰਦੇ ਹੈਗੇ ਉਹਦਾ ਪਲਾਜ਼ਮਾ ਜਿਹੜਾ ਹੈਗਾ ਇਹ ਬਾਹਰ ਹੁੰਦਾ ਹੈਗਾ। This plasma is 3 to 4 times hotter than the sun itself. ਉਹ ਸੂਰਜ ਤੋਂ ਵੀ ਜਿਹੜਾ ਹੈਗਾ 3 ਤੋਂ 4 ਗੁਣਾ ਜ਼ਿਆਦਾ ਜਿਹੜਾ ਹੈਗਾ ਗਰਮ ਹੈਗਾ ਪਲਾਜ਼ਮਾ। Holiness is like that with God. ਪਵਿੱਤਰਤਾ ਹੀ ਜਿਹੜੀ ਹੈਗੀ ਪਰਮੇਸ਼ਵਰ ਨਾਲ ਵੀ ਇਸ ਤਰ੍ਹਾਂ ਹੀ ਆ। Everything that God is, it radiates into holiness. ਪਰਮੇਸ਼ਵਰ ਦਾ ਜੋ ਵੀ ਵਜੂਦ ਹੈਗਾ ਉਹ ਜਿਹੜਾ ਹੈਗਾ ਪਵਿੱਤਰਤਾ ਚੋਂ ਬਾਹਰ ਨਿਕਲਦਾ। Before we come to God and fall at His feet, we will encounter His holiness. ਅਸੀਂ ਜਿਹੜਾ ਹੈਗਾ ਪਰਮੇਸ਼ਵਰ ਦੇ ਸਮੀਪ ਜਾ ਕੇ ਜਿਹੜਾ ਹੈਗਾ ਉਹਨਾਂ ਦੇ ਕਦਮਾਂ ਦੇ ਉੱਤੇ ਜਦ ਗਿਰਾਂਗੇ ਉਸ ਤੋਂ ਪਹਿਲਾਂ ਜਿਹੜਾ ਹੈਗਾ ਸਾਨੂੰ ਪਵਿੱਤਰਤਾ ਹੀ ਨਜ਼ਰ ਆਏਗੀ। That is why everyone in Scripture fell flat on their face like dead when they approached God. ਇਸੇ ਤਰ੍ਹਾਂ ਜਿਹੜਾ ਹੈਗਾ ਸਾਰੇ ਲੋਕ ਜੋ ਪਰਮੇਸ਼ਵਰ ਦੇ ਸਾਹਮਣੇ ਆਏ ਹੈਗੇ ਸੀ ਉਹ ਜਿਹੜਾ ਹੈਗਾ ਨਤਮਸਤਕ ਹੋ ਗਏ ਉਹਨਾਂ ਦੇ ਸਾਹਮਣੇ। It is the embodiment of perfection. ਇਹ ਹੈਗਾ ਕਿ ਜੋ ਸਭ ਤੋਂ ਸਿੱਧ ਚੀਜ਼ ਹੈਗੀ ਹੈ ਉਹ ਹੈ। He is above and beyond creation. ਉਹ ਜਿਹੜਾ ਹੈਗਾ ਸਾਰੀ ਸ੍ਰਿਸ਼ਟੀ ਤੋਂ ਉੱਪਰ ਹੈਗੇ। He is separate from all sin. ਉਹ ਸਾਰੇ ਪਾਪ ਤੋਂ ਦੂਰ ਨੇ। When God calls us to be holy,
ਜਦੋਂ ਪਰਮੇਸ਼ਵਰ ਸਾਨੂੰ ਬੁਲਾਉਂਦੇ ਹੈਗੇ ਪਵਿੱਤਰ ਹੋਣ ਵਾਸਤੇ, it means we have to be set apart from the world. ਇਹਦਾ ਅਰਥ ਇਹ ਹੈਗਾ ਕਿ ਅਸੀਂ ਦੁਨੀਆ ਤੋਂ ਜਿਹੜਾ ਹੈਗਾ ਅਲੱਗ ਵੱਖਰੇ ਹੋ ਜਾਂਦੇ We ਹਾਂ। have to be consecrated to God. ਸਾਨੂੰ ਜਿਹੜਾ ਹੈਗਾ ਪਰਮੇਸ਼ਵਰ ਦੇ ਸਾਹਮਣੇ ਪਵਿੱਤਰਤਾ ਹੀ ਚਾਹਨਾ ਹੈਗਾ। You know, this holiness comes to us or grows in us in three parts. ਇਹ ਪਵਿੱਤਰਤਾ ਜਿਹੜੀ ਹੈਗੀ ਹੈ ਸਾਡੇ ਅੰਦਰ 3 ਭਾਗਾਂ ਦੇ ਅੰਦਰ ਜਿਹੜੇ ਵੱਧਦੀ ਹੈ। When we come to Christ, ਜਦੋਂ ਅਸੀਂ ਪ੍ਰਭੂ ਯਿਸੂ ਕੋਲ ਆਉਂਦੇ ਹਾਂ, when we receive Him as our Savior, ਜਦੋਂ ਅਸੀਂ ਸਵੀਕਾਰ ਕਰਨੇ ਹੈਗੇ ਆ ਮੁਕਤੀਦਾਤਾ, we are positionally sanctified or positionally called holy. ਸਾਨੂੰ ਜਿਹੜਾ ਹੈਗਾ ਉਸ ਵੇਲੇ ਮਨ ਦਿੱਤਾ ਜਾਂਦਾ ਹੈਗਾ ਕਿ ਬਈ ਤੁਸੀਂ ਜਿਹੜਾ ਹੈਗਾ ਪਵਿੱਤਰ ਮੰਨੇ ਗਏ ਹੋ। We become His children, we are set apart. ਅਸੀਂ ਜਿਹੜੇ ਉਹਨਾਂ ਦੇ ਸੰਤਾਨ ਬਣ ਜਾਂਦੇ ਹੈਗੇ ਆ ਔਰ ਵੱਖਰੇ ਕੀਤੇ ਜਾਂਦੇ ਆ। That is positional holiness. ਇਹਨੂੰ ਕਿਹਾ ਗਿਆ ਕਿ ਤੁਸੀਂ ਤੁਹਾਨੂੰ ਮਨ ਲਿੱਤਾ ਗਿਆ ਹੈਗਾ। Then there is progressive holiness. ਫਿਰ ਉਹਦੇ ਬਾਅਦ ਜਿਹੜਾ ਹੈਗਾ ਜਿਸ ਤਰ੍ਹਾਂ ਬੜੋਤਰੀ ਹੁੰਦੀ ਹੈਗੀ ਹੈ ਪਵਿੱਤਰਤਾ ਦੀ। When holiness takes over us as we grow in the Lord. ਜਿਸ ਤਰ੍ਹਾਂ ਅਸੀਂ ਪ੍ਰਭੂ ਦੇ ਅੰਦਰ ਜਿਹੜਾ ਹੈਗਾ ਵੱਧਦੇ ਹੈਗੇ ਆ ਤੇ ਪਵਿੱਤਰਤਾ ਵੀ ਵੱਧਦੀ ਹੈ। It is done through the grace of God and by the Lord Holy Spirit. ਇਹ ਜਿਹੜਾ ਹੈਗਾ ਅਨੁਗ੍ਰਹ ਦੇ ਪਰਮੇਸ਼ਵਰ ਦੇ ਨਾਲ ਹੁੰਦੀ ਹੈਗੀ ਹੈ ਪਵਿੱਤਰ ਆਤਮਾ ਦੁਆਰਾ। When we meet the Lord in the air, ਜਦੋਂ ਅਸੀਂ ਪ੍ਰਭੂ ਨੂੰ ਜਿਹੜਾ ਹੈਗਾ ਹਵਾ 'ਚ ਮਿਲਾਂਗੇ, then we will be perfectly holy. ਫਿਰ ਅਸੀਂ ਬਿਲਕੁਲ ਜਿਹੜਾ ਹੈਗਾ ਸਿੱਧ ਰੂਪ ਵਿੱਚ ਪਵਿੱਤਰ ਹੋਵਾਂਗੇ। 1 John 3:2 says that. ਪਹਿਲਾ ਯੋਹੰਨਾ 3:2 'ਚ ਲਿਖਿਆ ਹੈਗਾ। You see, but the growth is a decision that we have to take as believers. ਲੇਕਿਨ ਬੜੋਤਰੀ ਜਿਹੜੀ ਹੈਗੀ ਹੈ ਸਾਡੀ ਪਰਮੇਸ਼ਵਰ ਦੇ ਅੰਦਰ, ਇਹ ਸਾਡਾ ਕੰਮ ਹੈਗਾ। God works once we make the decision, God works that, because then you will be submissive to the work of the Holy Spirit. ਜਦੋਂ ਅਸੀਂ ਪ੍ਰਭੂ ਨੂੰ ਅਪਣਾ ਲੈਂਦੇ ਹੈਗੇ ਆ ਤੇ ਪਰਮੇਸ਼ਵਰ ਸਾਡੇ ਦਿਲਾਂ ਦੇ ਅੰਦਰ ਕੰਮ ਕਰਦੇ ਹੈਗੇ ਕਿਉਂਕਿ ਅਸੀਂ ਉਹਨਾਂ ਦੇ ਅਧੀਨ ਹੋ ਜਾਂਦੇ ਹਾਂ। Richard Wurmbrand was tortured for Christ in a communist camp. ਰਿਚਰਡ ਬੂਮਰੈਂਗ ਨੂੰ ਜਿਹੜਾ ਹੈਗਾ ਕਮਿਊਨਿਸਟ ਕੈਂਪ ਦੇ ਅੰਦਰ ਜਿਹੜਾ ਹੈਗਾ ਬੜਾ ਅਤਿਆਚਾਰ ਕੀਤੇ ਗਏ। He spent many years in solitary confinement. ਬੜੇ ਸਾਲ ਜਿਹੜਾ ਹੈਗਾ ਉਹਨੂੰ ਬਿਲਕੁਲ ਇਕਾਂਤ ਵਿੱਚ ਰੱਖਿਆ ਗਿਆ। One day he wrote in his book, he learned from the guards. ਉਹ ਜਿਹੜਾ ਹੈਗਾ ਇੱਕ ਦਿਨ ਉਹਨੇ ਕਿਤਾਬ ਵਿੱਚ ਵੀ ਲਿਖਿਆ ਇਹ ਚੀਜ਼। Listen to what he said. ਦੇਖੋ ਕਿ ਕੀ ਕਿਹਾ ਉਹਨੇ। As those guards never allowed a place for Jesus in their hearts. ਜਿਸ ਤਰ੍ਹਾਂ ਉਹ ਗਾਰਡਸ ਨੇ ਜਿਹੜਾ ਹੈਗਾ ਪ੍ਰਭੂ ਯਿਸੂ ਵਾਸਤੇ ਆਪਣੇ ਦਿਲ ਵਿੱਚ ਕੋਈ ਜਗ੍ਹਾ ਨਹੀਂ ਬਣਾਈ। I decided not to leave even the smallest place for Satan in my heart. ਉਸੇ ਤਰ੍ਹਾਂ ਜਿਹੜਾ ਹੈਗਾ ਮੈਂ ਆਪਣੇ ਦਿਲ ਦੇ ਅੰਦਰ ਇੱਕ ਵੀ ਕੋਨਾ ਜਿਹੜਾ ਹੈਗਾ ਸ਼ੈਤਾਨ ਵਾਸਤੇ ਨਹੀਂ ਰੱਖਿਆ। When we decide and set our minds, ਜਦੋਂ ਅਸੀਂ ਸੋਚ ਲੈਂਦੇ ਹੈਗੇ ਆ ਔਰ ਠਾਣ ਲੈਂਦੇ ਆ, that is the first step for God to start working in us. ਇਹ ਪਹਿਲਾ ਕਦਮ ਹੈਗਾ ਜਿੱਥੇ ਪਰਮੇਸ਼ਵਰ ਸਾਡੇ ਜੀਵਨ 'ਚ ਕੰਮ ਕਰਦੇ ਹੈਗੇ। Take the example of Daniel. ਦਾਨੀਅਲ ਦਾ ਉਦਾਹਰਨ ਦੇਖੋ। Daniel 1:8. ਦਾਨੀਅਲ 1:8। He was a regular prince till then. ਉਹ ਤਦ ਤੱਕ ਜਿਹੜਾ ਹੈਗਾ ਇੱਕ ਆਮ ਆਦਮੀ ਸੀ ਉਹ। But after 1:8 his life changed. ਲੇਕਿਨ 1:8 ਦੇ ਬਾਅਦ ਜਿਹੜਾ ਹੈਗਾ ਉਹਦਾ ਜੀਵਨ ਪਰਿਵਰਤਿਤ ਹੋ He ਗਿਆ। changed the life of 4 emperors. ਉਹ 4 ਰਾਜਾਂ ਦਾ ਜਿਹੜਾ ਹੈਗਾ ਉਹਨੇ ਜੀਵਨ ਬਦਲਿਆ। What does it say? ਕੀ ਕਹਤੇ? Daniel purposed in his heart. ਕਿ ਦਾਨੀਅਲ ਨੇ ਆਪਣੇ ਮਨ ਵਿੱਚ ਠਾਣ ਲਿੱਤਾ। God then started working in Daniel. ਪਰਮੇਸ਼ਵਰ ਜਿਹੜਾ ਹੈਗਾ ਤਦ ਦਾਨੀਅਲ ਦੇ ਜੀਵਨ 'ਚ ਕੰਮ ਕਰਨਾ ਸ਼ੁਰੂ ਕੀਤਾ। The question today, are you willing to take a stand for God and make a determination that you will be holy, a holy child, holy man, holy woman of God? ਕਿ ਤੁਹਾਡੇ ਮਨ 'ਚ ਇਹ ਹੈਗਾ ਸਵਾਲ ਕਿ ਬਈ ਤੁਸੀਂ ਠਾਣਦੇ ਹੈਗੇ ਹੋ ਕਿ ਮੈਂ ਪਰਮੇਸ਼ਵਰ ਵਾਸਤੇ ਪਵਿੱਤਰ ਜੀਵਨ ਬਤੀਤ ਕਰਾਂਗਾ। Sanctification is like a mortgage. ਸਵੱਛਤਾ ਜਿਹੜੀ ਹੈਗੀ ਹੈ ਇੱਕ ਮੌਰਗੇਜ ਵਕਨ ਹੈ। Because everyone knows what a mortgage is. Who doesn't know what a mortgage is? Everyone knows. So I will tell you what it is. ਤੇ ਸਾਰਿਆਂ ਨੂੰ ਪਤਾ ਹੈਗਾ ਕਿ ਮੌਰਗੇਜ ਕੀ ਹੈਗੀ। Mortgage, sanctification is like buying a home with zero down. ਸਵੱਛਤਾ ਜਿਹੜੀ ਹੈਗੀ ਹੈ ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਘਰ ਇੱਕ ਖਰੀਦ ਲਿੱਤਾ, ਕੋਈ ਪੈਸੇ ਨਹੀਂ ਦਿੱਤੇ। So initially you don't own the house in any way. You don't have any stake in the house. ਸ਼ੁਰੂਆਤ ਦੇ ਅੰਦਰ ਜਿਹੜਾ ਹੈਗਾ ਤੁਸੀਂ ਉਹਦੇ ਬਿਲਕੁਲ ਵੀ ਮਾਲਿਕ ਨਹੀਂ ਹੈਗੇ। Slowly over the years you pay down the mortgage and then in the end you own the house. ਧੀਰੇ ਧੀਰੇ ਕਰਕੇ ਜਿਹੜਾ ਹੈਗਾ ਹਰ ਮਹੀਨੇ ਪੈਸੇ ਦੇ ਕੇ ਤੁਸੀਂ ਥੋੜਾ ਬਹੁਤ ਜਿਹੜਾ ਹੈਗਾ ਚੁਕਤਾਉਂਦੇ ਪਏ ਹੈਗੇ ਹੋ ਔਰ ਅੰਤ ਚ ਘਰ ਤੁਹਾਡਾ ਹੋ ਜਾਂਦਾ। Holiness is like that. ਪਵਿੱਤਰਤਾ ਹੀ ਉਸ ਤਰ੍ਹਾਂ ਹੈ। Once you make the decision, ਇੱਕ ਵਾਰ ਤੁਸੀਂ ਠਾਣ ਲਿੱਤੀ, God starts to work. ਪਰਮੇਸ਼ਵਰ ਕੰਮ ਕਰਦੇ। He will replace what he needs in your life when you submit to it, and then he will change it to holiness. ਉਹ ਤੁਹਾਡੇ ਜੀਵਨ ਦੇ ਅੰਦਰ ਗਲਤ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਹਟਾ ਕੇ ਫਿਰ ਪਵਿੱਤਰਤਾ ਹੀ ਲਿਆਉਂਦੇ ਹੈਗੇ। One day you will be entirely his. ਇੱਕ ਵਾਰ ਜਿਹੜਾ ਹੈਗਾ ਇੱਕ ਸਮੇਂ ਆਏਗਾ ਜਦੋਂ ਪੂਰੀ ਤਰ੍ਹਾਂ ਤੁਸੀਂ ਉਹਨਾਂ ਦੇ ਹੋ ਜਾਓਗੇ। My encouragement to every one of you, ਮੇਰਾ ਪ੍ਰੋਤਸਾਹਨ ਸਾਰਿਆਂ ਵਾਸਤੇ ਇਹ ਹੈਗਾ, learn to be holy. ਸਿੱਖੋ ਕਿ ਕਿਸ ਤਰ੍ਹਾਂ ਪਵਿੱਤਰ ਰਹਿਣਾ। Otherwise in heaven it will be very uncomfortable.
ਨਹੀਂ ਤੇ ਜਿਹੜਾ ਹੈਗਾ ਸਵਰਗ ਦੇ ਵਿੱਚ ਜਿਹੜਾ ਹੈਗਾ ਬੜਾ ਮੁਸ਼ਕਲਾਂ ਹੋਣਗੀਆਂ Because God's holiness, pervades the whole heaven. Wherever He is, God's holiness comes everywhere. ਕਿਉਂਕਿ ਸਵਰਗ ਦੇ ਅੰਦਰ ਜਿਹੜਾ ਹੈਗਾ ਪੂਰੇ ਰੂਪ ਵਿੱਚ ਜਿਹੜਾ ਹੈਗਾ ਪਰਮੇਸ਼ਵਰ ਦੀ ਪਵਿੱਤਰਤਾ ਹੀ ਛਾਈ ਹੋਈ ਹੈ Holiness is not the way to Christ, ਪਵਿੱਤਰਤਾ ਹੀ ਜਿਹੜੀ ਹੈਗੀ ਹੈ ਰਾਹ ਨਹੀਂ ਹੈਗੀ ਪਰਮੇਸ਼ਵਰ ਵਾਸਤੇ but Christ is the way to holiness. ਲੇਕਿਨ ਪ੍ਰਭੂ ਯਿਸੂ ਹੈਗੇ ਨੇ ਪਵਿੱਤਰਤਾ ਦੀ ਔਰ ਰਾਹ Good works cannot pay penalty for our sins. ਅੱਛੇ ਕੰਮਾਂ ਦੇ ਨਾਲ ਜਿਹੜਾ ਹੈਗਾ ਅਸੀਂ ਪਾਪਾਂ ਦਾ ਨਿਵਾਰਨ ਨਹੀਂ ਕਰ ਸਕਦੇ Only the blood of Lord Jesus can pay for it. ਲੇਕਿਨ ਸਿਰਫ ਪ੍ਰਭੂ ਯਿਸੂ ਦਾ ਲਹੂ ਹੈਗਾ ਜਿਹੜਾ ਉਹਦੇ ਨਾਲ ਸਾਫ਼ ਹੁੰਦਾ ਹੈ We must put our trust in Him and His ability to take us through this journey. ਸਾਨੂੰ ਆਪਣਾ ਵਿਸ਼ਵਾਸ ਜਿਹੜਾ ਹੈਗਾ ਪ੍ਰਭੂ ਯਿਸੂ ਦੇ ਅੰਦਰ ਪਾਣਾ ਹੈਗਾ ਔਰ ਇਹ ਸੋਚ ਕੇ ਕਿ ਵੀ ਹਾਂ ਉਹਨਾਂ 'ਚ ਸ਼ਮਤਾ ਹੈਗੀ ਹੈ As Christians, if we are not striving against sin, ਮਸੀਹੀ ਹੋਣ ਦੇ ਨਾਤੇ ਜੇ ਅਸੀਂ ਪਾਪ ਦੇ ਵਿਰੁੱਧ ਲੜਾਈ ਨਹੀਂ ਕਰਦੇ seeking to grow in holiness, ਇਹ ਨਹੀਂ ਲੱਭਦੇ ਕਿ ਹਾਂ ਵੀ ਅਸੀਂ ਪਵਿੱਤਰਤਾ 'ਚ ਵਧੀਏ our very faith will be in question. ਸਾਡਾ ਵਿਸ਼ਵਾਸ ਜਿਹੜਾ ਹੈਗਾ ਉਹਦੇ ਤੇ ਹੀ ਸਵਾਲ ਉੱਠ ਜਾਏਗਾ You see, Scripture says, Hebrews 12:14, ਇਬਰਾਨੀਆਂ 12:14 'ਚ ਲਿਖਿਆ ਹੈਗਾ everyone talks about peace. ਹਰ ਕੋਈ ਜਿਹੜਾ ਹੈਗਾ ਸ਼ਾਂਤੀ ਦੇ ਬਾਰੇ 'ਚ ਗੱਲ ਕਰਦਾ You ਹੈ should live peaceably. ਕਿ ਵੀ ਸਾਰਿਆਂ ਦੇ ਨਾਲ ਸ਼ਾਂਤੀ ਨਾਲ ਰਹੀਏ But see what the Scripture says. ਦੇਖੋ ਵਚਨ 'ਚ ਕੀ ਲਿਖਿਆ Follow peace with all men. ਕਿ ਜਿੰਨੇ ਵੀ ਲੋਕ ਹੈਗੇ ਉਹਨਾਂ ਦੇ ਨਾਲ ਕੋਸ਼ਿਸ਼ ਕਰੋ ਕਿ ਸ਼ਾਂਤੀ 'ਚ ਰਹੋ You can read that. I'll read it. Follow peace with all men and holiness, without which no man shall see the Lord. सबसे मेल मिलाप रखना और उस पवित्रता की खोज जो जिसके बिना कोई प्रभु को कदपि ना देखेगा As much as you follow your friendships, your relationships, you're striving to be peaceful with everyone, you must use the same striving to be holy, because without holiness you cannot see God. ਜਿਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਕੋਸ਼ਿਸ਼ ਕਰਦੇ ਹੈਗੇ ਹੋ ਕਿ ਜਿੰਨੇ ਲੋਕ ਆਲੇ ਦੁਆਲੇ ਹੈਗੇ ਉਹਨਾਂ ਦੇ ਨਾਲ ਸ਼ਾਂਤੀ ਰੱਖਦੇ ਹੈਗੇ ਹੋ ਉਸੇ ਤਰ੍ਹਾਂ ਜਿਹੜਾ ਹੈਗਾ ਤੁਸੀਂ ਪਵਿੱਤਰਤਾ ਦੇ ਪਿੱਛੇ ਵੀ ਪਾਓ Peter shows us 3 ways ਪਤਰਸ ਸਾਨੂੰ ਜਿਹੜਾ ਹੈਗਾ ਤਿੰਨ ਰਾਹ ਦਿਖਾਉਂਦਾ ਹੈ in developing this lifestyle of holiness. ਕਿ ਕਿਸ ਤਰ੍ਹਾਂ ਜਿਹੜਾ ਹੈਗਾ ਤੁਸੀਂ ਆਪਣਾ ਜੀਵਨ ਹੀ ਜਿਹੜਾ ਹੈਗਾ ਪਵਿੱਤਰਤਾ ਦੇ ਪਿੱਛੇ ਚਲਾ ਸਕਦੇ ਹੋ Let's read 1 Peter 1:13. ਦੇਖਣੇ ਹੈਗੇ ਆ ਪਹਿਲਾ ਪਤਰਸ 1:13 Wherefore gird up your loins of your mind, be sober and hope to the end for the grace that is brought unto you at the revelation of Jesus Christ. इस कारण अपनी अपनी बुद्धि की कमर बांधकर और सचेत रहकर उस अनुग्रह की पूरी आशा करो जो यीशु मसीह के प्रकट होने के समय तुम्हें मिलने वाला है You see, this whole 13 to 16 is a paragraph which has only 2 verbs. ਇਹ ਪੂਰੇ 13 ਤੋਂ 16 ਜਿਹੜੇ ਹੈਗੇ ਵਰਸ ਹੈਗੇ ਇਹਨਾਂ ਦੇ ਅੰਦਰ ਸਿਰਫ 2 ਵਰਬਸ ਹੈਗੇ Fix your hope ਕਿ ਆਪਣੀ ਜਿਹੜੀ ਕਿ ਆਸ਼ਾ ਜਿਹੜੀ ਕਿ ਲਗਾਓ and be holy. ਔਰ ਪਵਿੱਤਰ ਬਣੋ The rest of the matter in this is dependent on these 2 verbs. ਇਹ ਬਾਕੀ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਨਿਰਭਰ ਹੈਗੀਆਂ ਇਹ 2 ਵਰਬਸ ਦੇ ਉੱਤੇ So the first point we are doing today, ਪਹਿਲਾ ਜਿਹੜਾ ਹੈਗਾ ਪੁਆਇੰਟ ਅਸੀਂ ਕਰਨੇ ਹੈਗੇ to be holy people, we have to focus on the coming of our Lord Jesus Christ. ਪਵਿੱਤਰ ਲੋਕ ਬਣਨ ਦੇ ਵਾਸਤੇ ਜਿਹੜਾ ਹੈਗਾ ਤੁਹਾਨੂੰ ਧਿਆਨ ਲਗਾਉਣਾ ਹੈਗਾ ਕਿ ਪ੍ਰਭੂ ਯਿਸੂ ਦੁਬਾਰਾ ਵਾਪਸ ਆਉਣ ਵਾਲੇ The first point illustrates this holy living in the light of Christ's coming. ਪਹਿਲਾ ਪੁਆਇੰਟ ਜਿਹੜਾ ਹੈਗਾ ਇਹ ਦਰਸਾਉਂਦਾ ਹੈਗਾ ਕਿ ਪ੍ਰਭੂ ਯਿਸੂ ਦੇ ਆਗਮਨ ਤੋਂ ਜਿਹੜਾ ਹੈਗਾ ਦੂਜੀ ਵਾਰ ਆਉਣ ਤੋਂ ਪਹਿਲਾਂ ਤੁਸੀਂ ਇੱਕ ਪਵਿੱਤਰ ਜੀਵਨ ਬਤੀਤ ਕਰੋ Gird up the loins of your mind. What does it mean? ਕਿ ਆਪਣੇ ਮਨ ਨੂੰ ਜਿਹੜਾ ਹੈਗਾ ਤੁਸੀਂ ਇੱਕ ਜਗ੍ਹਾ ਧਿਆਨ ਲਗਾਓ Gird up the loins is a more Middle Eastern word. ਇਹ ਲਫ਼ਜ਼ ਜਿਹੜੇ ਇਸਤੇਮਾਲ ਕੀਤੇ ਗਏ ਹੈਗੇ ਇਹ ਮਿਡਲ ਈਸਟ 'ਚ ਯੂਜ਼ ਹੁੰਦੇ Because they wear long robes. ਕਿਉਂਕਿ ਉਹ ਲੰਬੀ ਪੋਸ਼ਾਕਾਂ ਪਾਉਂਦੇ ਹੈਗੇ Because when they run, they will fold it and they put a belt around it. ਤੇ ਲੰਬੀ ਪੋਸ਼ਾਕ ਜਿਹੜੀ ਹੈਗੀ ਆ ਉਹਨੂੰ ਜਦ ਦੌੜਦੇ ਹੈਗੇ ਤੇ ਉਠਾ ਕੇ ਜਿਹੜਾ ਹੈਗਾ ਉਹਦੇ ਤੇ ਬੈਲਟ ਲਗਾ ਦਿੰਦੇ Today it says, roll up your sleeves. You remember this phrase? That's what it means. ਅੱਜ ਕੱਲ੍ਹ ਜਿਹੜਾ ਹੈਗਾ ਇਹ ਲਫ਼ਜ਼ ਇਸਤੇਮਾਲ ਕੀਤੇ ਗਏ ਕਿ ਆਪਣੀ ਬਾਜ਼ੂ ਜਿਹੜੀ ਹੈਗੀ ਆ ਉੱਪਰ ਉਠਾ ਲਓ Mentally get ready for action. ਕਿ ਮਾਨਸਿਕ ਰੂਪ ਨਾਲ ਜਿਹੜਾ ਹੈਗਾ ਤੁਸੀਂ ਤਿਆਰ ਹੋ ਜਾਓ ਲੜਾਈ ਵਾਸਤੇ We must begin to act like as if we have a business to do. ਤੁਹਾਨੂੰ ਇਸ ਤਰ੍ਹਾਂ ਜੀਵਨ ਬਤੀਤ ਕਰਨਾ ਹੈ ਕਿ ਹਾਂ ਵੀ ਤੁਹਾਨੂੰ ਕੋਈ ਵੱਡਾ ਕੰਮ ਕਰਨਾ ਹੈ The point is this. ਇਹਦਾ ਅਰਥ ਇਹ ਹੈ Holiness begins in your mind. ਪਵਿੱਤਰਤਾ ਜਿਹੜੀ ਹੈ ਤੁਹਾਡੇ ਦਿਮਾਗ ਤੋਂ ਸ਼ੁਰੂ ਹੁੰਦੀ ਹੈ What you think is what you are. ਜੋ ਤੁਸੀਂ ਸੋਚਦੇ ਹੋ ਉਹੀ ਹੈਗੇ ਹੋ ਤੁਸੀਂ This is the most practical thing I can tell from this scripture. ਵਚਨ ਤੋਂ ਜਿਹੜਾ ਹੈਗਾ ਇਹ ਸਭ ਤੋਂ ਜੀਵਨ ਦੇ ਅੰਦਰ ਉਤਾਰਨ ਵਾਲੀ ਚੀਜ਼ ਦੱਸ ਸਕਣਾ Deal with sin at the thought level.
ਕਿ ਜਦੋਂ ਪਾਪ ਉੱਠੇ ਤੇ ਉਸੇ ਵੇਲੇ ਜਿਹੜਾ ਹੈਗਾ ਉਹਨੂੰ ਨਸ਼ਟ ਕਰੋ। Judge wicked thoughts the instant they come in. ਜਦੋਂ ਕੋਈ ਕਪਟੀ ਖਿਆਲ ਦਿਮਾਗ ਵਿੱਚ ਆਉਂਦਾ ਹੈ ਉਸੇ ਵੇਲੇ ਉਹਦੇ ਨਾਲ ਡੀਲ ਕਰੋ। Confess to God and forsake them. ਕਿ ਪਰਮੇਸ਼ਵਰ ਨੂੰ ਜਿਹੜਾ ਹੈਗਾ ਕਹੋ ਉਹਨਾਂ ਨੂੰ ਔਰ ਉਤੋਂ ਹਟ ਜਾਓ। Replace it with God's word. ਉਹਨੂੰ ਹਟਾਓ ਔਰ ਪਰਮੇਸ਼ਵਰ ਦੇ ਵਚਨ ਨੂੰ ਰੱਖੋ ਉਹਦੇ। Long ago one man of God told me this. ਬੜੀ ਦੇਰ ਪਹਿਲਾਂ ਪਰਮੇਸ਼ਵਰ ਦੇ ਇੱਕ ਜਨ ਨੇ ਮੈਨੂੰ ਕਿਹਾ You can't prevent birds from flying over you, ਕਿ ਤੁਸੀਂ ਜਿਹੜਾ ਹੈਗਾ ਨਹੀਂ ਮਨਾ ਕਰ ਸਕਦੇ ਕਿ ਕੋਈ ਪੰਛੀ ਤੁਹਾਡੇ ਉੱਪਰ ਉੜੇ, but you can prevent them from forming a nest on your head. ਲੇਕਿਨ ਤੁਸੀਂ ਇਸ ਚੀਜ਼ ਨੂੰ ਹਟਾ ਸਕਦੇ ਹੋ ਕਿ ਵੀ ਤੁਹਾਡੇ ਜਿਹੜਾ ਹੈਗਾ ਕੋਈ ਉੱਪਰ ਆ ਕੇ ਜਿਹੜਾ ਨੈਸਟ ਨਾ ਬਣਾ ਲੇ ਸਿਰ ਤੇ। Flee from it both mentally and physically. ਪਾਪ ਤੋਂ ਜਿਹੜਾ ਹੈਗਾ ਦਿਮਾਗੀ ਰੂਪ ਨਾਲ ਔਰ ਸਰੀਰਕ ਰੂਪ ਨਾਲ ਦੌੜੋ। As 2 Corinthians 10:5 Paul says, bring every thought into the captivity of Jesus Christ. ਦੂਜੇ ਕੁਰਿੰਥੀਆਂ 10:5 ਦੇ ਅੰਦਰ ਲਿਖਿਆ ਹੈਗਾ ਕਿ ਜਿੰਨੀਆਂ ਵੀ ਕਲਪਨਾਵਾਂ ਹੈਗੀਆਂ, ਜਿੰਨੇ ਵੀ ਵਿਚਾਰ ਹੈਗੇ ਨੇ, ਉਹ ਵਚਨ ਦੇ ਅਨੁਸਾਰ ਜਿਹੜਾ ਹੈ ਸਾਫ਼ ਰੱਖੋ। It is on the thought level your Christian faith is either fake or real. ਇਹ ਜਿਹੜਾ ਹੈਗਾ ਤੁਹਾਡੇ ਦਿਮਾਗੀ ਖਿਆਲਾਂ ਦੇ ਅੰਦਰ ਜਿਹੜਾ ਹੈਗਾ ਜਾਂ ਤੇ ਤੁਸੀਂ ਮਸੀਹੀ ਹੈਗੇ ਹੋ ਜਾਂ ਨਹੀਂ ਹੈਗੇ ਹੋ। You can fool everybody. ਤੁਸੀਂ ਹਰੇਕ ਇਨਸਾਨ ਨੂੰ ਜਿਹੜਾ ਹੈਗਾ ਬੇਵਕੂਫ ਬਣਾ ਸਕਦੇ ਹੋ। Many times we are thinking, I want to kick this fellow, but we'll say, hello brother, how are you? You remember this? ਕਈ ਵਾਰੀ ਅਸੀਂ ਦਿਮਾਗ 'ਚ ਸੋਚ ਰਹੇ ਹੈਗੇ ਆ ਕਿ ਵੀ ਇਹਨੂੰ ਮੈਂ ਜਿਹੜਾ ਚੰਡ ਲਾਣਾ ਚਾਹੁੰਦਾ ਹੈਗਾ, ਲੇਕਿਨ ਮੂੰਹ ਜਿਹੜਾ ਹੈਗਾ ਕਹਿੰਦੇ ਆ ਭਰਾ ਕੀ ਹਾਲ ਚਾਲ ਨੇ। One day it will come in the open. ਇੱਕ ਵਾਰ ਜਿਹੜਾ ਹੈਗਾ ਖੁੱਲੇ 'ਚ ਆ ਜਾਏਗਾ। There is no one who committed adultery without first thinking about it. ਕਿਸੇ ਨੇ ਵੀ ਜਿਹੜਾ ਹੈਗਾ ਵਿਚਾਰ ਨਹੀਂ ਕੀਤਾ ਉਸ ਤੋਂ ਪਹਿਲਾਂ ਕਿ ਉਹਦੇ ਦਿਮਾਗ 'ਚ ਇਹ ਚੀਜ਼ ਆਏ। You need to filter what enters our minds. ਤੁਹਾਨੂੰ ਜਿਹੜਾ ਹੈਗਾ ਸਾਫ਼ ਕਰਨੀ ਹੈਗੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਦਿਮਾਗਾਂ 'ਚ ਆਉਂਦੀਆਂ। As you check all the label before you consume the food. ਜਿਸ ਤਰ੍ਹਾਂ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਲੇਬਲ ਪੜ੍ਹ ਲੈਂਦੇ ਹੈਗੇ ਹੋ। If you daily feed garbage and sensualistic thoughts and all these modern TV serials, you'll start to think like that. ਜਦੋਂ ਤੁਸੀਂ ਦਿਮਾਗ ਦੇ ਅੰਦਰ ਜਿਹੜੇ ਹੈਗੇ ਸਾਰੀ ਗੰਦੀਆਂ ਚੀਜ਼ਾਂ ਪਾਓਗੇ, ਜਿਸ ਤਰ੍ਹਾਂ ਟੀਵੀ ਸੀਰੀਅਲ ਜਾਂ ਹੋਰ ਚੀਜ਼ਾਂ ਦੇਖੋਗੇ, ਤੇ ਤੁਹਾਡੇ ਜਿਹੜਾ ਹੈਗਾ ਉਸੇ ਤਰ੍ਹਾਂ ਵਿਚਾਰ ਆਣਗੇ। 1 Peter 1:13 here Peter says we have to fix our hope completely on the return of the Savior. ਇੱਥੇ ਪਹਿਲੇ ਪਤਰਸ 1:13 ਦੇ ਅੰਦਰ ਕਿਹਾ ਹੈਗਾ ਕਿ ਸਾਨੂੰ ਆਪਣੀ ਨਜ਼ਰ ਜਿਹੜੀ ਹੈਗੀ ਹੈ ਪ੍ਰਭੂ ਯਿਸੂ ਦੇ ਵਾਪਸ ਆਉਣ ਦੇ ਉੱਤੇ ਨ ਲਗਾਣੀ। How will I be presented to the Son, King of Kings and Lord of Lords? ਕਿ ਪ੍ਰਭੂਆਂ ਦੇ ਪ੍ਰਭੂ ਤੇ ਰਾਜਿਆਂ ਦੇ ਰਾਜਾ ਦੇ ਸਾਹਮਣੇ ਜਿਹੜਾ ਹੈਗਾ ਕਿਸ ਤਰ੍ਹਾਂ ਮੈਨੂੰ ਦਰਸਾਇਆ ਜਾਏਗਾ। Holiness begins in our minds. ਪਵਿੱਤਰਤਾ ਜਿਹੜੀ ਹੈਗੀ ਸਾਡੇ ਦਿਮਾਗਾਂ ਤੋਂ ਸ਼ੁਰੂ ਹੁੰਦੀ ਹੈ। We are going to be changed into His image. ਅਸੀਂ ਉਹਨਾਂ ਦੀ ਇਮੇਜ ਵਿੱਚ ਬਦਲ ਜਾਵਾਂਗੇ। So he says, gird your minds and be spiritually alert. ਤੇ ਉਹਨਾਂ ਨੇ ਕਿਹਾ ਹੈਗਾ ਕਿ ਰੂਹਾਨੀ ਰੂਪ ਨਾਲ ਜਿਹੜਾ ਹੈਗਾ ਧਿਆਨ ਲਗਾਓ। Be sober is a very favorite phrase of Peter. ਪਤਰਸ ਨੇ ਜਿਹੜਾ ਹੈਗਾ ਬੀ ਸੋਬਰ ਬੜੀ ਵਾਰ ਕਿਹਾ ਗਿਆ। He uses three times out of the 6 times in the entire New Testament. ਤੇ ਨਵੇਂ ਨਿਯਮ ਦੇ ਅੰਦਰ 6 ਵਾਰ ਕਿਹਾ ਗਿਆ, ਉਹਦੇ ਚੋਂ 3 ਵਾਰ ਜਿਹੜਾ ਹੈਗਾ ਪਤਰਸ ਨੇ ਕਿਹਾ। It means don't be dull-witted, be alert, gird up you have to fold your sleeves and attack this thought which comes against you. ਇਹਦਾ ਅਰਥ ਇਹ ਹੈਗਾ ਕਿ ਤੁਸੀਂ ਜਿਹੜਾ ਹੈਗਾ ਕੀ ਸੋਚਦੇ ਹੋ ਉਹਦੇ ਬਾਰੇ ਸੋਚੋ, ਇਹ ਨਹੀਂ ਕਿ ਕੋਈ ਵੀ ਚੀਜ਼ ਤੁਹਾਡੇ ਦਿਮਾਗ ਵਿੱਚ ਆਈ ਚੱਲੇ। He uses it again in 1 Peter 5:8. ਇਹ ਪਹਿਲੇ ਪਤਰਸ 5:8 ਚ ਵੀ ਦੁਬਾਰਾ ਇਸਤੇਮਾਲ ਕੀਤਾ ਹੈ। Be sober, be vigilant, for your adversary the devil as a roaring lion walketh about seeking whom he may devour. सचेत हो और जागते रहो, क्योंकि तुम्हारा विरोधी शैतान गरजने वाले सिंह की नाई इस खोज में रहता है कि किसको फाड़ खाए। If a lion was now loose outside the church, जे कलीसिया ਦੇ ਬਾਹਰ ਜਿਹੜਾ ਹੈਗਾ ਇੱਕ ਸ਼ੇਰ ਖੁੱਲਾ ਹੋਵੇ, it is not wise to go out. ਇਹ ਸਿਆਣਪ ਦੀ ਗੱਲ ਨਹੀਂ ਹੈਗੀ ਕਿ ਤੁਸੀਂ ਬਾਹਰ ਜਾਓ। You will be looking out for signs. People will be trying to tell you this is where the lion is and all that. ਤੁਸੀਂ ਚਿੰਨ੍ਹ ਦੇਖਦੇ ਪਏ ਹੋਗੇ, ਲੋਕੀ ਤੁਹਾਨੂੰ ਜਿਹੜਾ ਹੈਗਾ ਚੇਤਾਵਨੀ ਦਿੰਦੇ ਪਏ ਹੋਣਗੇ ਕਿ ਇੱਥੇ ਸ਼ੇਰ ਹੈ। The point is we live in an enemy territory. ਅਰਥ ਇਹ ਹੈਗਾ ਕਿ ਸਾਡੇ ਆਲੇ ਦੁਆਲੇ ਸ਼ਤਰੂ ਹੈਗਾ। He is the God of this world. ਉਹ ਇਸ ਦੁਨੀਆ ਦਾ ਪ੍ਰਭੂ ਹੈ। If you feed your mind with what he is doling out every day, ਜੋ ਸ਼ਤਰੂ ਜਿਹੜਾ ਹੈਗਾ ਹਰ ਰੋਜ਼ ਜਿਹੜਾ ਹੈਗਾ ਲੋਕਾਂ ਦੇ ਅੱਖਾਂ ਦੇ ਸਾਹਮਣੇ ਲਿਆਂਦਾ ਹੈ, ਜੇ ਤੁਸੀਂ ਉਹੀ ਖਾ ਲੈਂਦੇ ਹੋ and don't feed on God's word, ਔਰ ਪਰਮੇਸ਼ਵਰ ਦੇ ਵਚਨ ਨੂੰ ਜਿਹੜਾ ਹੈਗਾ ਨਹੀਂ ਖਾਂਦੇ, it is like getting drunk and walking out when the lion is prowling on the streets. ਇਸ ਤਰ੍ਹਾਂ ਹੋਇਆ ਕਿ ਤੁਸੀਂ ਜਿਹੜਾ ਹੈਗਾ ਪੀ ਕੇ ਜਿਹੜਾ ਹੈਗਾ ਸ਼ੇਰ ਜਿਹੜਾ ਸੜਕਾਂ ਤੇ ਹੈ ਉਹਦੇ ਸਾਹਮਣੇ ਚਲੇ ਗਏ। You're not going to be holy person. ਤੁਸੀਂ ਜਿਹੜਾ ਹੈਗਾ ਪਵਿੱਤਰ ਇਨਸਾਨ ਨਹੀਂ ਹੋਗੇ ਉਹਦੇ ਸਾਹਮਣੇ। You see, this is what Peter is trying to tell us here. Hope to the end for the grace that is brought unto you at the revelation of Jesus Christ. 1 Peter 1:13.
ਇੱਥੇ पहले पत्रस 1:13 अंदर लिखा है कि इस कारण अपनी अपनी बुद्धि की कमर बांधकर और सचेत रहकर उस अनुग्रह की पूरी आशा रखो जो यीशु मसीह के प्रकट होने के समय तुम्हें मिलने वाला है। The therefore is talking about the salvation he started this chapter with. ਤੇ ਇਹ ਜਿਹੜਾ ਇਸ ਕਾਰਨ ਲਿਖਿਆ ਹੈਗਾ ਉਹ ਤਾਂ ਲਿਖਿਆ ਹੈ ਕਿਉਂਕਿ ਜੋ ਮੁਕਤੀ ਤੁਹਾਨੂੰ ਜਿਹੜਾ ਹੈਗਾ ਇਸ ਅਧਿਆਇ ਤੋਂ ਸ਼ੁਰੂਆਤ ਵਿੱਚ ਕਹੀ ਹੈ ਉਹਨੇ ਉਹਦੇ ਬਾਰੇ ਕਿਹਾ ਹੈ The present tense in being brought to you ਕਿ ਪ੍ਰੈਜ਼ੈਂਟ ਜਿਹੜੀ ਹੈਗੀ ਹੈ ਕਿ ਤੁਹਾਡੇ ਸਾਹਮਣੇ ਜਿਹੜੀ ਲਿਆਈ ਜਾ ਰਹੀ ਹੈ ਚੀਜ਼ we have already started to enjoy what Christ is bringing to us. ਸਾਨੂੰ ਉਸ ਚੀਜ਼ ਦਾ ਆਨੰਦ ਜਿਹੜਾ ਹੈਗਾ ਹੁਣੇ ਤੋਂ ਮਿਲਣਾ ਸ਼ੁਰੂ ਹੋ ਗਿਆ ਹੈਗਾ ਜੋ ਪ੍ਰਭੂ ਯਿਸੂ ਸਾਡੇ ਵਾਸਤੇ ਲਿਆ ਰਹੇ ਨੇ And it will be completely unveiled when he comes. ਔਰ ਜਦੋਂ ਆਣਗੇ ਤਾਂ ਉਸ ਵੇਲੇ ਪੂਰੀ ਤਰ੍ਹਾਂ ਪ੍ਰਕਾਸ਼ਿਤ ਹੋਏਗੀ You see, the grace of God is given to us. ਪਰਮੇਸ਼ਵਰ ਦਾ ਅਨੁਗ੍ਰਹਿ ਸਾਨੂੰ ਦਿੱਤਾ ਗਿਆ And he says, depend on that grace. ਉਹਦੇ ਉੱਤੇ ਨਿਰਭਰ ਕਰੋ You see, he's writing to people who are undergoing intense trials. ਜੇ ਇਹ ਉਹਨਾਂ ਲੋਕਾਂ ਵਾਸਤੇ ਲਿਖੀ ਗਈਆਂ ਜਿਨ੍ਹਾਂ ਦੇ ਉੱਤੇ ਬੜੀ ਮੁਸ਼ਕਲਾਂ ਆਉਂਦੀਆਂ ਪਈਆਂ In other words, he's telling them, you have already tasted God's salvation. ਦੂਜੇ ਲਫ਼ਜ਼ਾਂ ਦੇ ਅੰਦਰ ਉਹ ਕਹਿ ਰਹੇ ਹੈਗੇ ਕਿ ਤੁਹਾਨੂੰ ਜਿਹੜਾ ਹੈਗਾ ਪਰਮੇਸ਼ਵਰ ਦੀ ਮੁਕਤੀ ਜਿਹੜੀ ਹੈਗੀ ਮਿਲ ਚੁੱਕੀ ਹੈ You have not seen anything yet. ਤੁਸੀਂ ਕੁਝ ਵੀ ਨਹੀਂ ਦੇਖਿਆ There are great things coming. ਬਹੁਤ ਵੱਡੀਆਂ ਚੀਜ਼ਾਂ ਆਉਣ ਵਾਲੀਆਂ Hang on. ਸਿਰ ਰਹੋ Go through the trials. ਮੁਸ਼ਕਲਾਂ ਤੋਂ ਨਿਕਲੋ God is going to bless you beyond what you can think or imagine. ਪਰਮੇਸ਼ਵਰ ਤੁਹਾਨੂੰ ਜਿਹੜਾ ਹੈਗਾ ਇਹੋ ਜਿਹੀਆਂ ਆਸ਼ੀਸ਼ਾਂ ਦੇਗਾ ਜਿਹੜੇ ਤੁਸੀਂ ਸੋਚ ਵੀ ਨਹੀਂ ਸਕਦੇ Not based on what you deserve, but based on what he thinks you deserve. ਇਹ ਨਹੀਂ ਕਿ ਤੁਸੀਂ ਕੋਈ ਕੰਮ ਕੀਤਾ ਹੈਗਾ ਉਹਨਾਂ ਨੂੰ ਪਾਉਣ ਵਾਸਤੇ ਲੇਕਿਨ ਕਿਉਂਕਿ ਪ੍ਰਭੂ ਦਾ ਅਨੁਗ੍ਰਹਿ ਹੈਗਾ The future should motivate us now to live a holy life. ਜਿਹੜਾ ਅੱਗੇ ਭਵਿੱਖ ਆਉਣ ਵਾਲੀਆਂ ਹੈਗੀਆਂ ਚੀਜ਼ਾਂ ਆਸ਼ੀਸ਼ਾਂ ਜਿਹੜੀਆਂ ਪਰਮੇਸ਼ਵਰ ਦੀ ਉਹਦੇ ਨਾਲ ਜਿਹੜਾ ਹੈ ਸਾਨੂੰ ਅੱਜ ਦਾ ਜੀਵਨ ਬਤੀਤ ਕਰਨਾ This is the first aspect of Peter's encouragement. ਪਤਰਸ ਜਿਹੜਾ ਹੈ ਜੋ ਪ੍ਰੋਤਸਾਹਨ ਦੇ ਰਿਹਾ ਹੈਗਾ ਇਹ ਪਹਿਲੀ ਚੀਜ਼ ਹੈਗੀ ਹੈ You see how a bride prepares herself for the wedding day. ਤੁਹਾਨੂੰ ਪਤਾ ਹੈਗਾ ਕਿ ਕਿਸ ਤਰ੍ਹਾਂ ਇੱਕ ਯੁਵਾ ਕੁੜੀ ਜਿਹੜੀ ਹੈਗੀ ਆਪਣੀ ਸ਼ਾਦੀ ਵਾਸਤੇ ਤਿਆਰ ਹੁੰਦੀ ਹੈ It's more involved in India than in the West. ਕਿ ਹਿੰਦੁਸਤਾਨ ਦੇ ਅੰਦਰ ਜਿਹੜਾ ਹੈਗਾ ਇਹ ਜ਼ਿਆਦਾ ਚੀਜ਼ ਚੱਲਦੀ ਹੈਗੀ For ਹੈ at least a week or more, the bride is made ready for the wedding. ਕਿ ਇੱਕ ਹਫ਼ਤੇ ਤੋਂ ਵੀ ਕਈ ਵਾਰੀ ਜ਼ਿਆਦਾ ਜਿਹੜਾ ਹੈਗਾ ਬਹੂ ਨੂੰ ਤਿਆਰ ਕੀਤਾ ਜਾਂਦਾ ਹੈਗਾ All types of bath and makeup and lots of things. The bride is made ready for the wedding day. ਬੜੇ ਚੀਜ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਹੈਗੀਆਂ ਕਿ ਉਹ ਤਿਆਰ ਕੀਤਾ ਜਾਏ ਉਹਨੂੰ ਵਿਆਹ ਵਾਸਤੇ Don't you think Christ deserves more than that? ਤੁਹਾਨੂੰ ਨਹੀਂ ਲੱਗਦਾ ਕਿ ਪ੍ਰਭੂ ਯਿਸੂ ਜਿਹੜਾ ਹੈਗਾ ਇਹ ਤੋਂ ਜ਼ਿਆਦਾ ਡਿਜ਼ਰਵ ਕਰਦੇ Amen? How many of you agree with me? I'm hearing a very low amen. Amen? Let me hear loudly. Preparation is required. ਤਿਆਰੀ ਜ਼ਰੂਰੀ ਹੈ Then the second thing it says that we have to be obedient to the Father of all life. ਦੂਜੀ ਚੀਜ਼ ਕਹਿੰਦੇ ਹੈਗੇ ਕਿ ਸਾਨੂੰ ਜਿਹੜਾ ਹੈਗਾ ਆਗਿਆਕਾਰਿਤਾ ਪੂਰੀ ਤਰ੍ਹਾਂ ਕਰਨੀ ਹੈਗੀ ਹੈ ਪਿਤਾ ਪਰਮੇਸ਼ਵਰ ਦੀ See the 14th verse, 1 Peter 1:14. ਪਹਿਲਾ ਪਤਰਸ 1:14 ਚ ਲਿਖਿਆ ਹੈ As obedient children, not fashioning yourselves according to the former lusts in your ignorance. और आज्ञाकारी बालकों की नाएं अपनी अज्ञानता के समय की पुरानी अभिलाषाओं के सदृश ना बनो Fashioning is a term for compromise or conforming to the world. ਇਹ ਲਫ਼ਜ਼ ਜਿਹੜਾ ਹੈਗਾ ਇਹਦਾ ਇਹ ਅਰਥ ਹੈਗਾ ਕਿ ਤੁਸੀਂ ਦੁਨੀਆ ਦੀ ਚੀਜ਼ਾਂ ਦੇ ਨਾਲ ਰਲ ਮਿਲ ਗਏ ਹੋ We have to make a break from our past. ਸਾਨੂੰ ਜਿਹੜਾ ਹੈਗਾ ਆਪਣੇ ਭੂਤਕਾਲ ਤੋਂ ਜਿਹੜਾ ਹੈਗਾ ਵੱਖਰਾ ਹੋ ਜਾਣਾ ਹੈ If there is no difference between our past and present after the time of accepting Christ, then there is something wrong with our faith. ਜੇ ਸਾਡੇ ਭੂਤਕਾਲ ਔਰ ਵਰਤਮਾਨ ਕਾਲ ਦੇ ਅੰਦਰ ਪ੍ਰਭੂ ਯਿਸੂ ਨੂੰ ਅਪਣਾਉਣ ਦੇ ਬਾਅਦ ਕੋਈ ਅੰਤਰ ਨਹੀਂ ਹੈਗਾ ਤੇ ਕੁਝ ਫਾਇਦਾ ਨਹੀਂ The another word for fashioning is conformed is used in Romans 12:2. ਇਹ ਇੱਕ ਹੋਰ ਲਫ਼ਜ਼ ਜਿਹੜਾ ਇਹ ਇਸਤੇਮਾਲ ਕੀਤਾ ਗਿਆ ਹੈ ਰੋਮੀਓ 12:2 ਚ ਵੀ ਕੀਤਾ ਗਿਆ Be not conformed to this world, but be transformed by the renewing of your mind, that you may prove what is that good and acceptable and perfect will of God. और इस संसार के सदृश न बनो परंतु तुम्हारी बुद्धि के नए हो जाने से तुम्हारा चाल चलन भी बदलता जाए जिससे तुम परमेश्वर की भली और भावती और सिद्ध इच्छा अनुभव से मालूम करते रहो Don't let the world, in other words, I want to paraphrase it, don't let the world squeeze you into its mold. ਕਿ ਦੂਜੇ ਲਫ਼ਜ਼ਾਂ ਦੇ ਅੰਦਰ ਇਹ ਹੈਗਾ ਕਿ ਦੁਨਿਆਵੀ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਨੂੰ ਤੁਹਾਡਾ ਰੂਪ ਬਦਲ ਕੇ ਜਿਹੜਾ ਹੈਗਾ ਆਪਣੇ ਅਨੁਸਾਰ ਨਾ ਬਣਾ ਲੈਣ But let God mold you into his fashion. ਲੇਕਿਨ ਪਰਮੇਸ਼ਵਰ ਨੂੰ ਜਿਹੜਾ ਹੈਗਾ ਆਗਿਆ ਦਿਓ ਕਿ ਉਹ ਤੁਹਾਨੂੰ ਆਪਣੇ ਅਨੁਸਾਰ
ਟਾਲਣ। We sing this song, make me, mold me, Lord, do this. Don't we sing? Anybody remember the song? ਅਸੀਂ ਕਈ ਵਾਰ ਗਾਣਾ ਗਾਉਂਦੇ ਹੈਗੇ ਆ, ਪਰਮੇਸ਼ਵਰ ਮੈਨੂੰ ਬਣਾਓ, ਮੈਨੂੰ ਦਰਸ਼ੋ, Allow Him. ਉਹਨਾਂ ਨੂੰ ਆਗਿਆ ਦਿਓ। For that you need to, you need to start to read God's word and say, Lord, what do you want me to do? ਉਹਦੇ ਵਾਸਤੇ ਜਿਹੜਾ ਹੈਗਾ ਤੁਹਾਨੂੰ ਪਰਮੇਸ਼ਵਰ ਦਾ ਵਚਨ ਪੜ੍ਹਨਾ ਸ਼ੁਰੂ ਕਰਨਾ ਜ਼ਰੂਰੀ ਹੈਗਾ ਔਰ ਕਹਿਣਾ ਕਿ ਪਰਮੇਸ਼ਵਰ ਤੁਸੀਂ ਕੀ ਚਾਹੁੰਦੇ ਹੋ ਕਰਵਾਉਣਾ। Another thing He says, former lusts. ਕਿ ਤੁਹਾਨੂੰ ਜਿਹੜੇ ਕਿ ਪੁਰਾਣੀ ਜਿਹੜੀਆਂ ਅਭਿਲਾਸ਼ਾਂ ਹੈਗੀਆਂ ਸਨ। Usually lust means we think it's sexual lust, but here the Bible is talking about all types of lusts. ਅਸੀਂ ਇਹ ਅਭਿਲਾਸ਼ਾ ਜਿਹੜੇ ਹੈਗੀ ਕਈ ਵਾਰੀ ਸਰੀਰਕ ਸੋਚਦੇ ਹੈਗੇ ਆ, ਲੇਕਿਨ ਹੋਰ ਬਾਕੀ ਚੀਜ਼ਾਂ ਵੀ ਹੈਗੀਆਂ। Self-seeking things. ਕਿ ਬਈ ਆਪਣੇ ਬਾਰੇ ਸੋਚਦੇ ਰਹਿਣਾ। Because the self-seeking things tug between temptation and sin. ਕਿ ਇਹ ਚੀਜ਼ਾਂ ਜਿਹੜੀਆਂ ਆਪਣੇ ਬਾਰੇ ਸੋਚਦਾ ਜਿਹੜਾ ਤੁਹਾਨੂੰ ਪਾਪ ਦੇ ਵਿੱਚ ਲੈ ਕੇ ਜਾਂਦੀਆਂ। These lusts have full mastery for unbelievers. ਇਹੋ ਜਿਹੀਆਂ ਅਭਿਲਾਸ਼ਾਵਾਂ ਜਿਹੜੀਆਂ ਹੈਗੀਆਂ ਅਵਿਸ਼ਵਾਸੀਆਂ ਦੇ ਅੰਦਰ ਜਿਹੜੀਆਂ ਭਰੀਆਂ ਹੁੰਦੀਆਂ। They are ignorant of God. ਉਹਨਾਂ ਨੂੰ ਜਿਹੜਾ ਹੈਗਾ ਪਰਮੇਸ਼ਵਰ ਦਾ ਕੋਈ ਗਿਆਨ ਨਹੀਂ। They don't know the grace of God. ਉਹਨਾਂ ਨੂੰ ਨਹੀਂ ਪਤਾ ਪਰਮੇਸ਼ਵਰ ਦਾ ਚਿਹਰਾ ਕਿਸ ਤਰ੍ਹਾਂ। But as Christians growing in the grace of God, ਮਸੀਹੀ ਹੋਣ ਦੇ ਨਾਤੇ ਅਸੀਂ ਪਰਮੇਸ਼ਵਰ ਦੇ ਅਨੁਗ੍ਰਹ ਜਿੰਦੇ ਪਏ ਹਾਂ। we don't have to be controlled by the selfish desires. ਸਾਨੂੰ ਜਿਹੜਾ ਹੈਗਾ ਸਰੀਰਕ ਵਾਸਨਾਵਾਂ ਦੇ ਨਾਲ ਜਿਹੜਾ ਹੈਗਾ ਜੀਵਨ ਬਤੀਤ ਕਰਨ ਦੀ ਲੋੜ ਨਹੀਂ ਹੈ। We make a break by the worldly standards. ਅਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਸਵਾਧੀਨ ਨਹੀਂ ਕਰਦੇ ਉਹਨਾਂ ਦੇ। This explains today's shallow Christian world. ਅੱਜ ਕੱਲ੍ਹ ਜਿਹੜਾ ਹੈਗਾ ਜੋ ਮਸੀਹ ਜੀਵਨ ਜਿਹੜਾ ਗੂੜਾ ਨਹੀਂ ਹੈਗਾ ਉਹ ਵਰਤਾਂਦਾ ਹੈ। People invite Christ into their life because they are promised abundant life. ਲੋਕੀ ਜਿਹੜਾ ਹੈਗਾ ਪ੍ਰਭੂ ਯਿਸੂ ਨੂੰ ਅਪਣਾ ਲੈਂਦੇ ਹੈਗੇ ਕਿਉਂਕਿ ਪਰਮੇਸ਼ਵਰ ਬਹੁਤਾਇਤ ਦਾ ਜੀਵਨ ਜਿਹੜਾ ਹੈਗਾ ਪ੍ਰਤਿੱਗਿਆ ਕਰਦੇ ਨੇ। If they like what is happening, ਜੇ ਉਹਨਾਂ ਨੂੰ ਅੱਛਾ ਲੱਗਦਾ ਹੈਗਾ ਜੋ ਵੀ ਹੋ ਰਿਹਾ ਆਲੇ ਦੁਆਲੇ, if their lives are happier than before, ਜੇ ਉਹਨਾਂ ਦਾ ਜੀਵਨ ਜਿਹੜਾ ਹੈਗਾ ਪਹਿਲਾਂ ਤੋਂ ਜ਼ਿਆਦਾ ਸੁਖਮਦ ਹੈ, they will let Lord Jesus stay in the office. ਫਿਰ ਉਹ ਜਿਹੜਾ ਹੈਗਾ ਪ੍ਰਭੂ ਯਿਸੂ ਨੂੰ ਜਿਹੜਾ ਹੈਗਾ ਆਫਿਸ ਵਿੱਚ ਰਹਿਣ ਦੇਣਗੇ। But they have never broken with the past. ਲੇਕਿਨ ਜਿਹੜਾ ਹੈਗਾ ਉਹਨਾਂ ਨੇ ਆਪਣੇ ਵਰਤਮਾਨ ਚੀਜ਼ਾਂ ਤੋਂ ਜਿਹੜਾ ਹੈ ਬਿਲਕੁਲ ਨਹੀਂ ਹਟਾਇਆ। They have never repented and submitted themselves to God. ਉਹਨਾਂ ਨੇ ਜਿਹੜਾ ਹੈਗਾ ਆਪਣਾ ਮਨ ਫਿਰਾ ਕੇ ਜਿਹੜਾ ਹੈਗਾ ਪਰਮੇਸ਼ਵਰ ਦੇ ਅਧੀਨ ਨਹੀਂ ਹੋਏ ਹੋ। But only now they are using Lord Jesus and the Christian words to fulfill their selfish desire. ਲੇਕਿਨ ਉਹ ਸਿਰਫ ਪ੍ਰਭੂ ਯਿਸੂ ਔਰ ਉਹਨਾਂ ਦੀ ਚੀਜ਼ਾਂ ਜਿਹੜੀਆਂ ਦਿੱਤੀਆਂ ਆਸ਼ੀਸ਼ਾਂ ਨੂੰ ਲੈ ਕੇ ਜਿਹੜਾ ਹੈਗਾ ਆਪਣੀ ਮਨ ਦੀਆਂ ਚੀਜ਼ਾਂ ਨੂੰ ਪੂਰਾ ਕਰਨ ਵਾਸਤੇ ਇਸਤੇਮਾਲ ਕਰ ਰਹੇ। Saving faith involves repentance. ਬਚਾਉਣ ਵਾਲਾ ਜਿਹੜਾ ਵਿਸ਼ਵਾਸ ਹੈਗਾ ਉਹਦੇ ਵਾਸਤੇ ਮਨ ਫਿਰਾਉਣਾ ਜ਼ਰੂਰੀ ਹੈ। It makes a break with the past lifestyle. ਉਹ ਜਿਹੜਾ ਤੁਹਾਡਾ ਭੂਤਕਾਲ ਜਿਹੜਾ ਜੀਵਨ ਹੈਗਾ ਉਹ ਬਿਲਕੁਲ ਹਟ ਜਾਂਦਾ ਹੈਗਾ। He says as obedient children. ਜਿਸ ਤਰ੍ਹਾਂ ਆਗਿਆਕਾਰੀ ਬੱਚੇ। It means characterized by obedience. ਕਿ ਇਹਦਾ ਮਤਲਬ ਹੈ ਕਿ ਤੁਸੀਂ ਜਿਹੜਾ ਹੈਗਾ ਆਗਿਆਕਾਰੀਤਾ ਹਰ ਸਮੇਂ ਰਹਿੰਦੀ ਹੈ ਤੁਹਾਡੇ। God the Father deserves obedience. ਪਰ ਪਿਤਾ ਪਰਮੇਸ਼ਵਰ ਜਿਹੜਾ ਹੈਗਾ ਉਹ ਡਿਜ਼ਰਵ ਕਰਦੇ ਹੈਗੇ ਸਾਡੀ ਆਗਿਆਕਾਰੀਤਾ। His word reveals what is in his heart. ਉਹਨਾਂ ਦਾ ਵਚਨ ਜਿਹੜਾ ਹੈਗਾ ਸਾਨੂੰ ਦਿਖਾਉਂਦਾ ਹੈਗਾ ਕਿ ਸਾਡੇ ਦਿਲ 'ਚ ਕੀ ਹੈ। We should obey God in spite of all the consequences. ਸਾਨੂੰ ਜਿਹੜਾ ਹੈਗਾ ਪਰਮੇਸ਼ਵਰ ਦੀ ਆਗਿਆ ਦਾ ਪਾਲਨ ਕਰਨਾ ਹੈਗਾ ਭਾਵੇਂ ਕੁਝ ਵੀ ਹੋਵੇ। Peter quotes Leviticus 19:2. ਪਤਰਸ ਨੇ ਜਿਹੜਾ ਹੈਗਾ ਕਿਆ ਹੈਗਾ ਲਵੇ ਵਿਵਸਥਾ 19:2 'ਚ ਲਿਖਿਆ ਹੈ। It tells the Israelites, be holy for I am holy. ਕਿ ਇਜ਼ਰਾਈਲੀਆਂ ਨੂੰ ਪਰਮੇਸ਼ਵਰ ਨੇ ਇਹ ਕਿਹਾ ਸੀ ਕਿ ਤੁਸੀਂ ਪਵਿੱਤਰ ਠਹਿਰੋ ਕਿਉਂਕਿ ਮੈਂ ਪਵਿੱਤਰ ਹਾਂ। We should get into the habit of judging everything that comes again in our life to see what would God want me to do. ਸਾਨੂੰ ਜਿਹੜਾ ਹੈਗਾ ਹਰ ਚੀਜ਼ ਦਾ ਜਿਹੜਾ ਹੈਗਾ ਪਰੀਖਿਆ ਲੈਣੀ ਚਾਹੀਦੀ ਸਾਡੇ ਜੀਵਨ ਦੇ ਅੰਦਰ ਹੈਗੀ ਕਿ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਹੈ ਜਾਂ ਨਹੀਂ ਹੈ। That other day, Olivia and me were watching a small YouTube clip. ਥੋੜੇ ਦਿਨ ਪਹਿਲਾਂ ਜਿਹੜਾ ਹੈਗਾ ਓਲੀਵੀਆ ਔਰ ਮੈਂ ਜਿਹੜਾ ਹੈਗਾ YouTube ਦੀ ਕਲਿੱਪ ਦੇਖਦੇ ਪਏ ਸੀ। There was a Hezbollah terrorist who got saved and he was talking. ਹਿਜ਼ਬੁੱਲਾ ਇੱਕ ਆਤੰਕਵਾਦੀ ਜਿਹੜਾ ਹੈਗਾ ਉਹ ਬਚਾਇਆ ਗਿਆ ਔਰ ਉਹਨੇ ਕੀ ਕਿਹਾ। He said something so profound. ਉਹਨੇ ਬੜੀ ਗੂੜੀ ਗੱਲ ਕਹੀ। It left a deep impression in my mind. ਮੇਰੇ ਮਨ ਦੇ ਉੱਤੇ ਜਿਹੜਾ ਹੈਗਾ ਬੜਾ ਪ੍ਰਭਾਵ ਕੀਤਾ। He said if you join the army, ਕਹਿੰਦਾ ਕਿ ਜੇ ਤੁਸੀਂ ਆਰਮੀ ਜੁਆਇਨ ਕਰਦੇ ਹੋ, obedience starts from day one. ਆਗਿਆਕਾਰੀਤਾ ਪਹਿਲੇ ਦਿਨ ਤੋਂ ਸ਼ੁਰੂ ਹੁੰਦੀ ਹੈ। They don't train you to obey. ਉਹ ਟ੍ਰੇਨ ਨਹੀਂ ਕਰਦੇ ਕਿ ਤੁਸੀਂ ਆਗਿਆਕਾਰੀ They ਬਣੋ। expect you to obey what they say. ਉਹ ਜਿਹੜਾ ਹੈਗਾ ਇੱਛਾ ਰੱਖਦੇ ਹੈਗੇ ਕਿ ਹਾਂ ਵੀ ਤੁਸੀਂ ਜੋ ਕਿਹਾ ਜਾਏਗਾ ਉਹ ਕਰੋਗੇ। It really touched my heart. ਇਹ ਮੇਰੇ ਦਿਲ ਨੂੰ ਬੜਾ ਛੂਆ। I went through it. ਮੈਂ ਪੂਰਾ ਦੇਖਿਆ। When I joined the Air Force, first thing they said, you have to obey the law.
ਜਦੋਂ ਮੈਂ 에ਅਰ ਫੋਰਸ ਜੁਆਇਨ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਜੋ ਕਿਹਾ ਜਾਏਗਾ ਉਹ ਕਰਨਾ ਹੈ। But he put it better than what it was in my mind. ਜੋ ਮੇਰੇ ਮਨ 'ਚ ਹੈਗੇ ਸੀ ਉਹ ਤੋਂ ਬਿਹਤਰ ਉਹਨੇ ਕਹੀ ਇਹ ਗੱਲ। With God, obedience has to start from day one. ਪਰਮੇਸ਼ਵਰ ਦੇ ਨਾਲ ਆਗਿਆਕਾਰੀਤਾ ਪਹਿਲੇ ਦਿਨ ਤੋਂ ਸ਼ੁਰੂ ਹੋਣੀ Or ਹੈ। what we do? ਅਸੀਂ ਕੀ ਕਰਨਾ ਹੈ? We take, oh, God is loving God. We take advantage of God. ਅਸੀਂ ਸੋਚਦੇ ਹਾਂ ਕਿ ਪਰਮੇਸ਼ਵਰ ਪ੍ਰੇਮ ਹੈਗਾ ਤੇ ਅਸੀਂ ਉਹਨਾਂ ਦਾ ਫਾਇਦਾ ਉਠਾ ਲੈਂਦੇ ਹਾਂ। Obedience should start from day one. ਆਗਿਆਕਾਰੀਤਾ ਪਹਿਲੇ ਦਿਨ ਤੋਂ ਸ਼ੁਰੂ ਹੋਣੀ ਚਾਹੀਦੀ ਹੈ। But he says, but he which has called you is holy, so be ye holy in all manner of conversation. 1:15. 1 Peter 1:15. पर जैसा तुम्हारा बुलाने वाला पवित्र है वैसे ही तुम भी अपने सारे चाल चलन में पवित्र बनो। The word conversation is an old word for behavior. ਇਹ ਕਨਵਰਸੇਸ਼ਨ ਜਿਹਨੂੰ ਚਾਲ ਚਲਨ ਕਿਹਾ ਗਿਆ ਹੈ ਇਹ ਹੈ ਕਿ ਤੁਹਾਡਾ ਸੁਭਾਅ ਹਰ ਸਮੇਂ ਕਿਸ ਤਰ੍ਹਾਂ ਦਾ ਹੈਗਾ। You know, out of the 13 times in the New Testament conversation or behavior is used, Peter uses them 6 times. 13 ਵਾਰ ਜਿਹੜਾ ਹੈਗਾ ਇਹ ਲਫ਼ਜ਼ ਜਿਹੜਾ ਹੈਗਾ ਨਵੇਂ ਨਿਯਮ 'ਚ ਇਸਤੇਮਾਲ ਕੀਤਾ ਗਿਆ, ਪਤਰਸ ਨੇ 6 ਵਾਰ ਕੀਤਾ। Conversation today will be called lifestyle. ਉਹ ਲਫ਼ਜ਼ ਜਿਹੜਾ ਹੈਗਾ ਅੱਜ ਦੀ ਤਾਰੀਖ ਦੇ ਅੰਦਰ ਜਿਹੜਾ ਹੈਗਾ ਉਹਨੂੰ ਕਿਹਾ ਜਾਏਗਾ ਚਾਲ ਚਲਨ। If you notice, Peter is linking holiness to lifestyle. ਇਹ ਇੱਥੇ ਅਸੀਂ ਦੇਖ ਰਹੇ ਹਾਂ ਕਿ ਪਤਰਸ ਜਿਹੜਾ ਹੈਗਾ ਪਵਿੱਤਰਤਾਈ ਨੂੰ ਜਿਹੜਾ ਹੈਗਾ ਚਾਲ ਚਲਨ ਦੇ ਨਾਲ ਗੱਲ ਕਰ ਰਿਹਾ He ਹੈਗਾ। talks about all conversation. ਉਹ ਕਹਿ ਰਿਹਾ ਹੈ ਕਿ ਸਾਰਾ ਚਾਲ ਚਲਨ ਤੁਹਾਡਾ ਜੀਵਨ ਦਾ। You know, most other religions, ਬਾਕੀ ਜਿੰਨੇ ਵੀ ਰਿਲੀਜਨ ਹੈਗੇ they have a different religious life, different secular life. ਉਹਨਾਂ ਦਾ ਜਿਹੜਾ ਹੈਗਾ ਰਿਲੀਜੀਅਸ ਜੀਵਨ ਜਿਹੜਾ ਹੈਗਾ ਵੱਖਰਾ ਹੁੰਦਾ ਹੈਗਾ ਔਰ ਬਾਕੀ ਜੀਵਨ ਵੱਖਰਾ ਹੈ। The most religious person does not have to be most honest in business. ਜਿਹੜਾ ਸਭ ਤੋਂ ਜ਼ਿਆਦਾ ਧਰਮੀ ਇਨਸਾਨ ਜਾਂ ਧਾਰਮਿਕ ਇਨਸਾਨ ਹੈਗਾ ਉਹ ਬਿਜ਼ਨਸ ਦੇ ਅੰਦਰ ਜਿਹੜਾ ਹੈਗਾ ਜ਼ਰੂਰੀ ਨਹੀਂ ਕਿ ਉਹ ਸੱਚ ਬੋਲੇ। You agree with me? People, I know we all come from different backgrounds. You agree with that? Most religions don't allow this, don't need that these two need to mix. ਜ਼ਿਆਦਾਤਰ ਧਰਮਾਂ ਦੇ ਅੰਦਰ ਜਿਹੜਾ ਹੈਗਾ ਇਹੀ ਹੈਗਾ ਕਿ ਤੁਸੀਂ ਜੇ ਧਾਰਮਿਕ ਹੈਗੇ ਹੋ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਸੱਚੇ ਵੀ ਹੋਵੋ। But for a Christian there is no secular life and religious life. ਲੇਕਿਨ ਮਸੀਹ ਵਾਸਤੇ ਜਿਹੜਾ ਹੈਗਾ ਇਹ ਦੋਨੋਂ ਜੀਵਨ ਵੱਖਰੇ ਨਹੀਂ ਹੁੰਦੇ। But many of us live two lives. ਲੇਕਿਨ ਕਈ ਅਸੀਂ ਲੋਕ ਜਿਹੜਾ ਹੈਗਾ ਦੋ ਜੀਵਨ ਬਤੀਤ ਕਰਦੇ One ਹਨ, outside the church, one inside the church. ਇੱਕ ਕਲੀਸਿਆ ਦੇ ਅੰਦਰ ਇੱਕ ਬਾਹਰ। You know the early Christians, ਸ਼ੁਰੂਆਤ ਦੇ ਜਿਹੜੇ ਮਸੀਹ ਲੋਕ ਹੈਗੇ ਸੀ they were called the Puritans. ਉਹਨਾਂ ਨੂੰ ਪਿਉਰਿਟਨਸ ਕਿਹਾ ਜਾਂਦਾ ਸੀ। They wanted Christianity in every aspect of their lives. ਉਹ ਚਾਹੁੰਦੇ ਸੀ ਕਿ ਮਸੀਹਤ ਜਿਹੜਾ ਹੈਗਾ ਉਹਨਾਂ ਦੇ ਜੀਵਨ ਦੇ ਅੰਦਰ ਹਰ ਪਹਿਲੂ 'ਚ ਹੋਵੇ। There was no divide between sacred and the secular. ਉਹਨਾਂ ਦਾ ਕੋਈ ਇਸ ਤਰ੍ਹਾਂ ਨਹੀਂ ਸੀ ਕਿ ਹਾਂ ਵੀ ਇਹ ਕਲੀਸਿਆ ਦੇ ਅੰਦਰ ਜਾਂ ਬਾਹਰ ਹੋਣੀ ਚਾਹੀਦੀ। All activities, whatever they are, should be within what you call done to the glory of God. ਜੋ ਵੀ ਚੀਜ਼ਾਂ ਉਹ ਕਰਦੇ ਹੈਗੇ ਸੀ ਪਰਮੇਸ਼ਵਰ ਦੀ ਮਹਿਮਾ ਵਾਸਤੇ। These days there is the divide come between secular and spiritual. ਅੱਜ ਕੱਲ੍ਹ ਜਿਹੜਾ ਹੈਗਾ ਦੁਨਿਆਵੀ ਚੀਜ਼ਾਂ ਔਰ ਰੂਹਾਨੀ ਚੀਜ਼ਾਂ ਜਿਹੜੀਆਂ ਉਹ ਵੱਖਰੀਆਂ ਹੋ ਗਈਆਂ। You see, living like that eliminates hypocrisy. ਉਸ ਤਰ੍ਹਾਂ ਜੀਵਨ ਬਤੀਤ ਕਰਨ ਦੇ ਨਾਲ ਜਿਹੜਾ ਹੈਗਾ ਦੋ ਮੂੰਹਾਂ ਜੀਵਨ ਬੰਦ ਹੋ ਜਾਂਦਾ। There is nothing that turns off people that to see someone who professes Christ and does not live his life like what Christ should lives. ਇਹ ਚੀਜ਼ ਜਿਹੜੀ ਕਿ ਲੋਕਾਂ ਨੂੰ ਕਈ ਬੜੀ ਬੁਰੀ ਲੱਗਦੀ ਹੈਗੀ ਹੈ ਕਿ ਕੋਈ ਇਨਸਾਨ ਕਹਿੰਦਾ ਹੈਗਾ ਕਿ ਮੈਂ ਮਸੀਹ ਹੈਗਾ ਲੇਕਿਨ ਜੀਵਨ ਉਹਨਾਂ ਦੇ ਵਚਨਾਂ ਦੇ ਅਨੁਸਾਰ ਨਹੀਂ ਬਤੀਤ ਕਰਦਾ। My lifestyle denies that. ਮੇਰਾ ਚਾਲ ਚਲਨ ਜਿਹੜਾ ਹੈਗਾ ਉਹ ਇਨਕਾਰ ਕਰਦਾ ਹੈਗਾ ਕਿ ਮੈਂ ਮਸੀਹ ਹਾਂ। Kids read it loud and clear in their parents. ਬੱਚੇ ਜਿਹੜੇ ਹੈਗੇ ਆਪਣੇ ਮਾਤਾ ਪਿਤਾ ਦੇ ਅੰਦਰ ਬੜਾ ਸਵੱਛ ਰੂਪ ਨਾਲ ਦੇਖ ਲੈਂਦੇ ਨੇ। This doesn't mean that you have to be perfect. ਇਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਸਿੱਧ ਹੋਵੋ। It means you live with integrity, confessing sin when it is required, correcting your life when it's required, so that you will show Christ. ਕਿ ਇਸ ਤਰ੍ਹਾਂ ਹੈਗਾ ਕਿ ਤੁਸੀਂ ਜੀਵਨ ਇਸ ਤਰ੍ਹਾਂ ਬਤੀਤ ਕਰ ਰਹੇ ਹੋ ਕਿ ਜਦੋਂ ਕੋਈ ਪਾਪ ਆਉਂਦਾ ਹੈਗਾ ਤਾਂ ਤੁਸੀਂ ਉਸ ਚੀਜ਼ ਵਾਸਤੇ ਮਾਫੀ ਮੰਗਦੇ ਹੈਗੇ ਹੋ, ਮਨ ਫਿਰਾਉਂਦੇ ਹੋ ਔਰ ਅੱਗੇ ਚੱਲਦੇ ਹੋ। We may be the first Bible that our kids will read. ਹੋ ਸਕਦਾ ਹੈ ਮਾਤਾ ਪਿਤਾ ਅਸੀਂ ਪਹਿਲੀ ਬਾਈਬਲ ਹੋਈਏ ਜੋ ਸਾਡੇ ਬੱਚੇ ਪੜ੍ਹਨ। You may be the first Bible your friends will be reading. ਹੋ ਸਕਦਾ ਤੁਸੀਂ ਪਹਿਲੇ ਬਾਈਬਲ ਹੋਵੋ ਜਿਹੜੇ ਤੁਹਾਡੇ ਦੋਸਤ ਜਿਹੜਾ ਪੜ੍ਹਨ। They should learn about the Heavenly Father from our lives. ਉਹ ਜਿਹੜਾ ਹੈਗਾ ਪਰਮੇਸ਼ਵਰ ਦੇ ਬਾਰੇ 'ਚ ਜਿਹੜਾ ਹੈਗਾ ਜਾਣਨ ਸਾਡੇ ਜੀਵਨ ਤੋਂ। Such lifestyle comes only with obedience. ਇਸ ਤਰ੍ਹਾਂ ਦਾ ਜਿਹੜਾ ਹੈਗਾ ਜੀਵਨ ਬਤੀਤ ਕਰਨਾ ਚਾਲ ਚੱਲਣ ਜਿਹੜਾ ਹੈਗਾ ਸਿਰਫ ਆਗਿਆਕਾਰੀਤਾ ਦੇ ਨਾਲ ਆਉਂਦਾ ਹੈ। So the third point I'm saying, first thing is we have to, watch for the coming of the Lord.
ਪਹਿਲੀ ਚੀਜ਼ ਹੈਗੀ ਹੈ ਕਿ ਸਾਨੂੰ ਸਤਰਕ ਰਹਿਣਾ ਹੈਗਾ ਕਿ ਪ੍ਰਭੂ ਯਿਸੂ ਵਾਪਸ ਆਉਣ ਵਾਲੇ ਹੈ। Second is obedience should be the main thing in our life. ਦੂਜੀ ਚੀਜ਼ ਹੈ ਆਗਿਆਕਾਰਿਤਾ ਜਿਹੜੀ ਹੈਗੀ ਹੈ ਪ੍ਰਧਾਨ ਹੋਣੀ ਚਾਹੀਦੀ ਸਾਡੇ ਜੀਵਨ 'ਚ। Third is we should grow in the personal knowledge of God's holiness. ਔਰ ਤੀਜੀ ਚੀਜ਼ ਹੈਗੀ ਹੈ ਕਿ ਸਾਡੀ ਵਿਅਕਤੀਗਤ ਰੂਪ ਨੇ ਦੇ ਨਾਲ ਜਿਹੜਾ ਹੈਗਾ ਪਰਮੇਸ਼ਵਰ ਦੀ ਪਵਿੱਤਰਤਾਈ ਦੇ ਬਾਰੇ 'ਚ ਅਸੀਂ ਹੋਰ ਜ਼ਿਆਦਾ ਗਿਆਨ ਪ੍ਰਾਪਤ Like the one who has called you is holy, you also should be holy. ਜਿਸ ਤਰ੍ਹਾਂ ਜਿਨਨੇ ਸਾਨੂੰ ਬੁਲਾਇਆ ਹੈਗਾ ਪਵਿੱਤਰ ਹੈਗੇ ਉਸੇ ਤਰ੍ਹਾਂ ਅਸੀਂ ਵੀ ਪਵਿੱਤਰ ਹੋਈਏ। That means we have to read God's word to see what this holiness is all about. ਤਾਂ ਸਾਨੂੰ ਜਿਹੜਾ ਹੈਗਾ ਪਰਮੇਸ਼ਵਰ ਦਾ ਵਚਨ ਪੜ੍ਹਨਾ ਹੈਗਾ ਤਾਂ ਕਿ ਪਤਾ ਚੱਲੇ ਕਿ ਸਾਨੂੰ ਪਵਿੱਤਰਤਾ ਕੀ ਹੈ। Christian life is about growing in the knowledge of God. ਮਸੀਹ ਜੀਵਨ ਹੈਗਾ ਕਿ ਪਰਮੇਸ਼ਵਰ ਦੀ ਗਿਆਨ ਜਿਹੜਾ ਹੈਗਾ ਤੁਹਾਡੇ ਜੀਵਨ 'ਚ ਵੱਧਦਾ ਜਾਵੇ। The knowledge of the Holy One transforms our life. ਪਰਮੇਸ਼ਵਰ ਨੂੰ ਜਾਣਨਾ ਜਿਹੜਾ ਹੈਗਾ ਸਾਡੇ ਜੀਵਨ ਨੂੰ ਪਰਿਵਰਤਿਤ ਕਰਦਾ। We may never be as holy as God is. ਅਸੀਂ ਉਹਨੇ ਪਵਿੱਤਰ ਕਦੀ ਵੀ ਨਹੀਂ ਹੋਵਾਂਗੇ ਜਿੰਨਾ ਪਰਮੇਸ਼ਵਰ ਹੈਗੇ। Because such absolute holiness belongs to God alone. ਇਸ ਤਰ੍ਹਾਂ ਦੀ ਸਿੱਧ ਪਵਿੱਤਰਤਾਈ ਜਿਹੜੀ ਹੈਗੀ ਸਿਰਫ ਪਰਮੇਸ਼ਵਰ ਦੇ ਕੋਲ ਹੈ। But we can grow into holiness the way He wants us to grow in holiness. ਲੇਕਿਨ ਅਸੀਂ ਉਹਨਾਂ ਜਿਹੜਾ ਹੈਗਾ ਪਵਿੱਤਰਤਾਈ ਦੇ ਅੰਦਰ ਅੱਗੇ ਵਧ ਸਕਦੇ ਹੈਗੇ ਆ ਜਿੰਨਾ ਉਹਨਾਂ ਦੀ ਇੱਛਾ ਹੈਗੀ ਹੈ। R.C. Sproul has written a beautiful book, ਇੱਕ ਲੇਖਕ ਹੈ ਉਹਨੇ ਬੜੀ ਅੱਛੀ ਕਿਤਾਬ ਲਿਖੀ ਹੈਗੀ ਹੈ Holiness of God. ਪਰਮੇਸ਼ਵਰ ਦੀ ਪਵਿੱਤਰਤਾਈ। I encourage every one of you to read it. ਮੈਂ ਪ੍ਰੋਤਸਾਹਿਤ ਕਰਨਾ ਹੈਗਾ ਸਾਰਿਆਂ ਨੂੰ ਕਿ ਤੁਸੀਂ ਪੜ੍ਹੋ। It gives you a starting point to learn about the holiness of God. ਪਰਮੇਸ਼ਵਰ ਦੀ ਪਵਿੱਤਰਤਾਈ ਜਾਣਨ ਦੇ ਅੰਦਰ ਜਿਹੜਾ ਹੈਗਾ ਪਹਿਲਾ ਕਦਮ ਉੱਥੋਂ ਸ਼ੁਰੂ ਕਰ ਸਕਦੇ ਹੋ। The Bible never says God is eternal, eternal, eternal. ਪਰਮੇਸ਼ਵਰ ਦੇ ਵਚਨ ਦੇ ਅੰਦਰ ਇਸ ਤਰ੍ਹਾਂ ਨਹੀਂ ਲਿਖਿਆ ਕਿ ਪਰਮੇਸ਼ਵਰ ਜਿਹੜਾ ਹੈਗਾ ਅਨੰਤ 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 ਹੈਗੇ। Or love, love, love. ਜਾਂ ਪਿਆਰ ਪਿਆਰ ਪਿਆਰ। Or mercy, mercy, mercy. ਜਾਂ ਰਹਿਮ ਰਹਿਮ ਰਹਿਮ। But it does say, ਲੇਕਿਨ ਉਹ ਕਿਆ ਹੈ? Holy, holy, holy Lord God Almighty. ਪਵਿੱਤਰ 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 ਸਰਵ ਸ਼ਕਤੀਮਾਨ If you ਪ੍ਰਭੂ। want the reference, it is Isaiah 6:3. ਇਹ ਜਿਹੜਾ ਹੈਗਾ ਸ਼ਾਇਦ 6:3 ਚ ਲਿਖਿਆ We ਹੈਗਾ। are a bit casual, or we are mostly casual in the knowledge of God in our day. ਅਸੀਂ ਜਿਹੜਾ ਹੈਗਾ ਪਰਮੇਸ਼ਵਰ ਦਾ ਗਿਆਨ ਜਿਹੜਾ ਹੈਗਾ ਉਹਦੇ ਵਾਸਤੇ ਅਸੀਂ ਜਿਹੜਾ ਬੜਾ ਕੈਜੂਅਲ ਹੁੰਦੇ ਹੈਗੇ ਆ। Many Christians today talk about God very casually. ਜ਼ਿਆਦਾਤਰ ਮਸੀਹ ਲੋਕ ਜਿਹੜਾ ਹੈਗਾ ਪ੍ਰਭੂ ਯਿਸੂ ਦੇ ਬਾਰੇ ਚ ਗੱਲ ਜਿਹੜਾ ਹੈਗਾ ਬਹੁਤ ਹਲਕੀ ਰੀਤੀ ਨਾਲ ਕਰਦੇ ਨੇ। John MacArthur told of a funny incident which I think is relevant here. ਜੌਨ ਮੈਕਾਰਥਰ ਨੇ ਜਿਹੜਾ ਹੈਗਾ ਇੱਕ ਹਾਸੇ ਗੱਲ ਕਹੀ ਜਿਹੜੀ ਇੱਥੇ ਉਤਰਦੀ ਹੈ। He says one well-known charismatic pastor came to see him. ਕਿ ਇੱਕ ਜਿਹੜਾ ਹੈਗਾ ਬਹੁਤ ਜਾਣਾ ਮਾਨਾ ਜਿਹੜਾ ਹੈਗਾ ਪਾਦਰੀ ਮਿਲਣ ਆਇਆ ਜੌਨ ਮੈਕਾਰਥਰ ਨੂੰ। And that pastor told John MacArthur, ਉਹ ਪਾਦਰੀ ਨੇ ਇਸ ਤਰ੍ਹਾਂ ਕਿਹਾ he sometimes in the morning when he is shaving, ਕਿ ਕਈ ਵਾਰ ਜਿਹੜਾ ਸਵੇਰੇ ਮੈਂ ਜਦ ਸ਼ੇਵ ਕਰ ਰਿਹਾ ਹੁੰਦਾ Jesus comes into my bathroom and puts his arm around me and we talk together. ਪ੍ਰਭੂ ਯਿਸੂ ਜਿਹੜਾ ਹੈਗਾ ਮੇਰੇ ਬਾਥਰੂਮ ਚ ਆਉਂਦੇ ਹੈਗੇ ਮੇਰੇ ਕੰਧੇ ਦੇ ਉੱਤੇ ਹੱਥ ਰੱਖਦੇ ਹੋ ਅਸੀਂ ਆਪਸ ਗੱਲ ਕਰਨੇ ਆ। John was shocked. ਜੌਨ ਮੈਕਾਰਥਰ ਜਿਹੜਾ ਉਹਨੂੰ ਬੜਾ ਸਦਮਾ ਜਿਹਾ ਲੱਗਿਆ। And he asked him, ਉਹਨੂੰ ਪੁੱਛਿਆ do you keep shaving? ਕਹਿੰਦਾ ਕਿ ਤੂੰ ਸ਼ੇਵ ਕਰਦਾ ਰਹਿੰਦਾ। You see, everyone, when they get the vision of God, they will fall flat in God's presence. ਹਰ ਇਨਸਾਨ ਜਦੋਂ ਪਰਮੇਸ਼ਵਰ ਦੇ ਦਰਸ਼ਨ ਹੋਣਗੇ ਤੇ ਉਹ ਨਤਮਸਤਕ ਹੀ ਹੋਏਗਾ। Remember this. ਇਹ ਯਾਦ ਰੱਖੋ। When people come and tell you, oh, I saw this angel, I saw this, I saw that, when they bring the presence of God, you cannot be casual. ਕਈ ਲੋਕ ਕਹਿੰਦੇ ਹੈਗੇ ਕਿ ਸਵਰਗਦੂਤ ਮੈਂ ਦੇਖੇ, ਮੈਂ ਇੱਧਰ ਦੇਖੇ ਉੱਧਰ ਦੇਖੇ, ਲੇਕਿਨ ਜੇ ਉਹ ਸਵਰਗਦੂਤ ਜੋ ਪਰਮੇਸ਼ਵਰ ਦੀ ਮੌਜੂਦਗੀ ਲਿਆਂਦੇ ਹੈਗੇ ਤੁਹਾਡੇ ਸਾਹਮਣੇ ਪ੍ਰਕਾਸ਼ਿਤ ਕਰਦੇ ਹੈਗੇ ਨੇ ਉਹਨਾਂ ਦੇ ਨਾਲ ਤੁਸੀਂ ਜਿਹੜਾ ਹੈਗਾ ਕੈਜੂਅਲ ਨਹੀਂ ਰਹਿ ਸਕਦੇ। It changes us. ਉਹ ਸਾਨੂੰ ਬਦਲ ਦਿੰਦਾ। John the Baptist's father was casual before that angel. ਯੋਹੰਨਾ ਬਪਤਿਸਮਾ ਦੇ ਜਿਹੜਾ ਪਿਤਾ ਹੈਗਾ ਸੀ ਉਹ ਸਵਰਗਦੂਤ ਦੇ ਸਾਹਮਣੇ ਜਿਹੜਾ ਕੈਜੂਅਲ ਹੋਇਆ। He was struck dumb. ਉਹਨੂੰ ਜਿਹੜਾ ਹੈਗਾ ਗੂੰਗਾ ਬਣਾਤਾ ਗਿਆ। It's not casual with the things of God. ਪਰਮੇਸ਼ਵਰ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਹਲਕੀ ਰੀਤੀ ਨਾਲ ਨਹੀਂ ਲੈ ਸਕਦੇ। When Isaiah had this vision of God, ਯਸ਼ਾਇਆ ਨੂੰ ਜਦੋਂ ਦਰਸ਼ਨ ਮਿਲਿਆ ਪ੍ਰਭੂ ਦਾ, in the flash of a second, he saw his sin right in front of him. ਇਹ ਇੱਕਦਮ ਉਸੇ ਖਣ ਜਿਹੜਾ ਹੈਗਾ ਉਹਨੂੰ ਆਪਣਾ ਸਾਰਾ ਪਾਪ ਜੀਵਨ ਦਾ ਨਜ਼ਰ ਆਇਆ। The things of God are not casual, my dear brothers, my dear sisters. ਪਰਮੇਸ਼ਵਰ ਦੀਆਂ ਚੀਜ਼ਾਂ ਜਿਹੜੀਆਂ ਹਲਕੀ ਰੀਤੀ ਨਾਲ ਨਹੀਂ ਲੈ ਸਕਦੇ। He saw that he was a bad mouthed person. ਉਹਨੂੰ ਉਸੇ ਵੇਲੇ ਨਜ਼ਰ ਆਇਆ ਯਸ਼ਾਇਆ ਨੂੰ ਕਿ ਉਹਦੇ ਜਿਹੜੇ ਮੂੰਹ ਗੰਦਾ ਹੈਗਾ। You want to know what is the magnitude of your sin? If I want to know what is the magnitude of my sin, I must say, Lord, show me your face.
then you can't live with yourself. ਜੇ ਤੁਸੀਂ ਜਾਂ ਮੈਂ ਜਾਣਦੇ ਹੈਗੇ ਹਾਂ ਕਿ ਸਾਨੂੰ ਪਤਾ ਚੱਲੇ ਕਿ ਸਾਡਾ ਪਾਪ ਕਿੰਨਾ ਗੂੜਾ ਹੈਗਾ ਤੇ ਅਸੀਂ ਪਰਮੇਸ਼ਵਰ ਨੂੰ ਪ੍ਰਾਰਥਨਾ ਕਰੀਏ ਕਿ ਤੁਸੀਂ ਆਪਣਾ ਮੁਖ ਸਾਨੂੰ ਦਿਖਾਓ। But at the same time today, God's grace will be revealed when in His presence. ਲੇਕਿਨ ਉਸ ਜਿਹੜਾ ਹੈਗਾ ਉਹਨਾਂ ਦੀ ਮੌਜੂਦਗੀ ਦੇ ਨਾਲ ਉਹਨਾਂ ਦਾ ਅਨੁਗ੍ਰਹਿ ਵੀ ਜਿਹੜਾ ਹੈਗਾ ਸਾਡੇ ਉੱਤੇ ਆਏਗਾ। That should motivate us to become holy before God. ਉਹ ਇਹੀ ਚੀਜ਼ ਸਾਨੂੰ ਜਿਹੜਾ ਹੈਗਾ ਅੱਗੇ ਲੈ ਕੇ ਜਾਣਾ ਚਾਹੀਦੀ ਹੈਗੀ ਹੈ ਕਿ ਹਾਂ ਵੀ ਅਸੀਂ ਪਰਮੇਸ਼ਵਰ ਵਾਸਤੇ ਪਵਿੱਤਰ ਬਣਨਾ ਚਾਹੁੰਦੇ ਹਾਂ। Concluding, I may be speaking to somebody who needs to be called to repentance. ਹੋ ਸਕਦਾ ਮੈਂ ਕਿਸੇ ਵਾਸਤੇ ਗੱਲ ਕਰ ਰਿਹਾ ਹੋਵਾਂ ਜਿਹਨੂੰ ਪਛਤਾਵਾ ਕਰਕੇ ਮਨ ਫਿਰਾਣਾ ਹੈਗਾ। I may be speaking to someone who have allowed thoughts and been defeated. ਹੋ ਸਕਦਾ ਹੈ ਕਿ ਮੈਂ ਕਿਸੇ ਐਸੇ ਬੰਦੇ ਨਾਲ ਭੈਣ ਭਰਾ ਨਾਲ ਗੱਲ ਕਰ ਰਿਹਾ ਹਾਂ ਜਿਨ੍ਹਾਂ ਨੇ ਗਲਤ ਵਿਚਾਰ ਆਪਣੇ ਦਿਮਾਗ 'ਚ ਆਣ ਦਿੱਤੇ। You are living a life which is fake. ਤੁਹਾਡਾ ਜੀਵਨ ਜਿਹੜਾ ਹੈਗਾ ਤੁਸੀਂ ਵਿਸ਼ਵਾਸ ਵਾਲਾ ਜੀਂਦੇ ਪਏ ਹੋ। We are not living in holiness. ਲੇਕਿਨ ਤੁਸੀਂ ਪਵਿੱਤਰਤਾ 'ਚ ਨਹੀਂ ਜੀ ਰਹੇ। It is matter of time. ਇਹ ਸਮੇਂ ਦਾ ਸਿਰਫ ਸਮੇਂ ਹੈਗਾ। But God is encouraging you to start a life of holiness. ਪਰਮੇਸ਼ਵਰ ਜਿਹੜਾ ਹੈਗਾ ਪ੍ਰੋਤਸਾਹਿਤ ਕਰਦੇ ਪਏ ਹੈਗੇ ਕਿ ਸਵੱਛਤਾ ਦਾ ਜੀਵਨ ਬਤੀਤ ਕਰੋ। The solution is same to everyone. ਇਹਦਾ ਸੋਲੂਸ਼ਨ ਜਿਹੜਾ ਹੈਗਾ ਹਰ ਇੱਕ ਵਾਸਤੇ ਹੀ ਹੈਗਾ। Turn to God. ਪਰਮੇਸ਼ਵਰ ਦੀ ਤੋਲ ਜਾਓ। Appeal to Him for a clear conscience and an obedient heart. ਉਹਨਾਂ ਨੂੰ ਕਰਾਓ ਕਿ ਹਾਂ ਵੀ ਮੈਂ ਚਾਹੁੰਦਾ ਹਾਂ ਕਿ ਮੈਨੂੰ ਮੇਰਾ ਆਗਿਆਕਾਰੀ ਦਿਲ ਹੋਵੇ। You see, God's blood was shed for us to remove our sin. ਪਰ ਪ੍ਰਭੂ ਦਾ ਜਿਹੜਾ ਹੈਗਾ ਲਹੂ ਤਾਂ ਬਹਾਇਆ ਗਿਆ ਸੀ ਕਿ ਸਾਡੇ ਪਾਪ ਸਾਰੇ ਸਾਫ਼ ਕੀਤੇ ਜਾਣ। You know, Isaiah 57:15 is a verse you can remember. ਯਸ਼ਾਇਆ 57:15 ਦਾ ਇੱਕ ਵਰਸ ਹੈਗਾ ਜੋ ਯਾਦ ਕਰ ਸਕਦੇ ਹੋ ਤੁਸੀਂ। For thus saith the high and lofty one that inhabiteth eternity, whose name is holy. I dwell in the high and holy place with him also that is of a contrite and humble spirit, to revive the spirit of the humble and to revive the heart of the contrite ones. क्योंकि इस प्रकार वह ऊंचा और ऊंचा है जो अनंत काल तक निवास करता है और जिसका नाम पवित्र है। मैं उसके साथ उच्च और पवित्र स्थान में रहता हूँ, जो एक पश्चाताप और विनम्र आत्मा का है, विनम्र लोगों की भावना को पुनर्जीवित करने के लिए और पश्चाताप करने वालों के दिल को पुनर्जीवित करने के लिए। There is a name of God. परमेश्वर का एक नाम हैगा Yehovah Makadesh. यहोवा मकदेश। You know what it means? पता है कि ਇਹਦਾ अर्थ हैगा? Who can tell me? Come on, Bible students. Yehovah Makadesh means God who sanctifies. परमेश्वर जो स्वच्छ करते हैगे, God who makes holy. जो पवित्र करते हैगे। He is the one we have to depend on to be holy. ਉਹਨਾਂ ਦੇ ਉੱਤੇ ਨਿਰਭਰ ਕਰਨਾ ਹੈਗਾ ਸਾਨੂੰ ਕਿ ਅਸੀਂ ਪਵਿੱਤਰ ਬਣੀਏ। We have to submit ourselves to His promptings, the promptings of His Holy Spirit. ਜੋ ਪਵਿੱਤਰ ਆਤਮਾ ਸਾਡੇ ਨਾਲ ਗੱਲ ਕਰਦੇ ਹੈਗੇ ਉਹਦਾ ਨੂੰ ਜਿਹੜਾ ਹੈਗਾ ਆਪਣੇ ਆਪ ਨੂੰ ਅਧੀਨ ਕਰਨਾ I ਸਾਨੂੰ। will close with Ravenhill's statement, Leonard Ravenhill. ਮੈਂ ਜਿਹੜਾ ਹੈਗਾ ਅੰਤ 'ਚ ਲੈਨਾਰਡ ਰੈਵਨਹਿਲ ਦੀ ਕਹਾਣੀ ਵਚਨ ਬੋਲਣਾ। One of my favorite authors, the favorite author of my wife also. ਇਹ ਜਿਹੜਾ ਹੈਗਾ ਸਾਡਾ ਦੋਨਾਂ ਦਾ ਮੇਰੀ ਪਤਨੀ ਦਾ ਜਿਹੜਾ ਫੇਵਰਿਟ ਸਪੀਕਰ ਹੈਗਾ। Listen to me carefully. ਧਿਆਨ ਨਾਲ ਸੁਣੋ। The greatest miracle God can do today is this. ਸਭ ਤੋਂ ਵੱਡਾ ਚਮਤਕਾਰ ਜਿਹੜਾ ਪਰਮੇਸ਼ਵਰ ਕਰ ਸਕਦੇ ਆ ਅੱਜ ਉਹ ਇਹ ਹੈ To take an unholy man or woman out of the unholy world. ਇੱਕ ਅਪਵਿੱਤਰ ਇਨਸਾਨ ਨੂੰ ਜਿਹੜਾ ਹੈਗਾ ਅਪਵਿੱਤਰ ਦੁਨੀਆ ਤੋਂ ਬਾਹਰ ਕੱਢ ਕੇ To make that man or woman holy. ਉਹਨੂੰ ਜਿਹੜਾ ਹੈਗਾ ਪਵਿੱਤਰ ਬਣਾ ਦੇਣ। And put him back in the unholy world. ਔਰ ਫਿਰ ਦੁਬਾਰਾ ਅਪਵਿੱਤਰ ਦੁਨੀਆ ਦੇ ਅੰਦਰ ਵਾਪਸ ਭੇਜ ਦੇਣ। And keep him holy in it. ਔਰ ਤਾਂ ਵੀ ਜਿਹੜਾ ਹੈਗਾ ਉਹਦੇ ਅੰਦਰ ਪਵਿੱਤਰ ਰਵੇ। Amazing God, isn't it? ਬਹੁਤ ਅਦਭੁਤ। Hallelujah. Say praise the Lord. God can do that for every one of you. ਪਰਮੇਸ਼ਵਰ ਹਰ ਇੱਕ ਜਨ ਵਾਸਤੇ ਕਰ ਸਕਦੇ। He can take you, ਉਹ ਲੈ ਸਕਦੇ ਤੁਹਾਨੂੰ, make you holy, ਪਵਿੱਤਰ ਬਣਾ put ਸਕਦੇ you back in the world. ਔਰ ਦੁਨੀਆ 'ਚ ਵਾ And ਸਕਦੇ। by His power, He can keep you holy. ਆਪਣੀ ਸ਼ਕਤੀ ਦੇ ਨਾਲ ਜਿਹੜਾ ਹੈਗਾ ਤੁਹਾਨੂੰ ਪਵਿੱਤਰ ਰੱਖ ਸਕਦੇ। It has to start with your thought life. ਇਹ ਤੁਹਾਡੇ ਜਿਹੜੇ ਹੈਗਾ ਸੋਚਣ ਦੇ ਜੀਵਨ ਦੇ ਨਾਲ ਹੈਗਾ। You has to decide, like Daniel in 1:8, Daniel 1:8, Daniel purposed in his mind. ਜਿਸ ਤਰ੍ਹਾਂ ਦਾਨੀਏਲ 1:8 ਦੇ ਅੰਦਰ ਉਹਨੇ ਠਾਣ ਲਿੱਤੀ ਸੀ। If every Christian purposes in his or her mind, today we can change the world. ਜੇ ਹਰ ਮਸੀਹੀ ਜਿਹੜਾ ਸੋਚ ਲਏ ਠਾਣ ਲਵੇ ਇਹ ਚੀਜ਼ ਨੂੰ ਤੇ ਅੱਜ ਅਸੀਂ ਦੁਨੀਆ ਨੂੰ ਬਦਲ ਸਕਨੇ ਹਾਂ। But God is calling every one of you today to
make up your mind. ਲੇਕਿਨ ਪਰਮੇਸ਼ਵਰ ਬੁਲਾਉਂਦੇ ਪਏ ਕਿ ਹਰ ਇੱਕ ਜਨ ਨੂੰ ਕਿ ਤੁਸੀਂ ਆਪਣਾ ਮਨ ਠਾਨੋ। We do it as we focus on Christ's coming. ਅਸੀਂ ਇਹ ਤਾਂ ਕਰਨੇ ਆ ਕਿ ਸਾਡੀ ਦਿਸ਼ਾ ਨਜ਼ਰ ਹੈਗੀ ਹੈ ਕਿ ਪ੍ਰਭੂ ਯਿਸੂ ਵਾਪਸ Live ਆਏ। an obedient life. ਇੱਕ ਆਗਿਆਕਾਰੀਤਾ ਜੀਵਨ ਬਤੀਤ ਕਰੋ Grow in the personal knowledge of God's holiness. ਔਰ ਪਰਮੇਸ਼ਵਰ ਦੀ ਪਵਿੱਤਰਤਾ ਦੀ ਗਿਆਨ ਜਿਹੜਾ ਹੈਗਾ ਉਹਦੇ ਚ ਵੱਧਦੇ ਜਾਓ। Let's bow our head, close our eyes. Thank you, Father. Lord, we have lacked this desire for holiness. I pray that, Lord, in each of us, let this fire be built in, Lord, in us, Lord, to be holy before you. That each of us will reflect your glory, that we will show the world who the Father is, that we will show what holiness is all about. As the worship team now worships, I encourage you to think about it, what we have spoken. Thank you, Father. Thank you, Lord. Let's close. Father, we thank you for your word. Help us, Lord, to start on this journey of holiness. That, Father, that we will strive to be holy. Lord, your word says, dwell peaceably among men, and seek after holiness, without which no one can see God. We want to be your children. We want to be in your presence. We want to know you. Pray that you change our lives. Give us this fire in us, Lord, to be holy. Father, we thank you. We give you glory. I commit everyone here, Lord. Let them go today with a changed heart, that they will serve you, Lord, and they will light the fire in the city, Lord. Thank you, Father. We bless you, Lord. We honor you. We give you glory. In the name of our Lord Jesus, we pray. Amen. The Lord bless you and keep you. The Lord make his face to shine upon you and be gracious unto you. The Lord lift his countenance upon you and give you peace. In the name of our Lord Jesus. Amen. Amen.